ਇਹ ਜੀ ਆਪਣੀ ਜਾਪਾਨੀ ਮਾਡਲ ਮਾਰੂਤੀ ਹੈ ਜੀ। ਆਪਣੇ ਇੰਡੀਆ ਦੇ ਲਾਂਚ ਹੋਣ ਤੋਂ ਪਹਿਲਾਂ ਇਹ ਉੱਥੋਂ ਜਾਪਾਨ ਤੋਂ ਇੰਪੋਰਟ ਹੋਈਆਂ ਸੀਗੀਆਂ। ਜਾਪਾਨ ਹੀ ਬਣਦੀਆਂ ਸੀਗੀਆਂ, ਬਣ ਕੇ ਸਿਰਫ ਇੱਥੇ ਇੰਪੋਰਟ ਹੁੰਦੀਆਂ ਸੀਗੀਆਂ ਤੇ ਉਹਨਾਂ ਨੂੰ ਖਰੀਦਦੇ ਸੀਗੇ। ਤੇ ਇਸ ਮਾਡਲ ਦਾ ਨਾਮ SS80 ਰੱਖਿਆ ਗਿਆ ਸੀਗਾ। ਔਰ ਇਹ ਉਸ ਟਾਈਮ ਦਾ ਟੌਪ ਮਾਡਲ AC ਮਾਡਲ ਹੈਗਾ, ਜਿਹਨੂੰ ਆਪਾਂ ਮਾਰੂਤੀ SS80 DC ਕਹਿੰਦੇ ਸੀਗੇ। ਇਹ ਕਿਹੜੇ ਸਾਲ ਦਾ ਮਾਡਲ ਹੈ? ਇਹ 1984 ਮਾਡਲ ਹੈ ਜੀ। ਇੰਟੀਰੀਅਰ ਦੀ ਗੱਲ ਕਰੀਏ, ਲੈਦਰ, ਮਿਊਜ਼ਿਕ ਸਿਸਟਮ ਜਾਂ ਆਪਣਾ ਇਲੈਕਟ੍ਰੀਕਲ ਅਪਗ੍ਰੇਡ ਕਰਨ ਦੇ ਲਈ ਕੁਝ 70 ਤੋਂ 80 ਹਜ਼ਾਰ ਇੰਡੀਅਨ ਰੁਪੀਜ਼ ਲੱਗ ਚੁੱਕੇ ਨੇ ਇਹਦੇ ਉੱਤੇ। ਅੱਛਾ, ਇਹ ਸ਼ੌਂਕ ਵਾਸਤੇ ਹੀ ਲਾ ਦਿੱਤੇ? ਸ਼ੌਂਕ ਵਾਸਤੇ ਕਿ ਆਪਣਾ ਜਿਹੜਾ ਸ਼ੌਂਕ ਹੈਗਾ, ਜਿਹੜੀ ਕਮਾਈ ਹੁੰਦੀ, ਪਾਕਟ ਮਨੀ ਬਚਦੀ ਹੈ ਜਾਂ ਐਕਸਟਰਾ ਇਨਕਮ ਹੁੰਦੀ ਹੈ, ਉਹਨੂੰ ਸਾਰਾ ਇਹਦੇ ਉੱਤੇ ਇਨਵੈਸਟ ਕਰ ਦਿੱਤਾ ਜਾਂਦਾ। ਅੱਜ ਦੀ ਮਾਰੂਤੀ ਦੇ ਨਾਲੋਂ ਇਹ 10 BHP ਜ਼ਿਆਦਾ ਹੈ। ਹਾਰਸ ਪਾਵਰ ਇਹਦੀ 10 ਗੁਣਾ, ਮਤਲਬ 10 BHP ਜ਼ਿਆਦਾ ਹੈਗੀ ਹਾਰਸ ਪਾਵਰ। ਐਵਰੇਜ ਦੀ ਗੱਲ ਕਰੀਏ, ਕਿੰਨੀ ਕੁ ਐਵਰੇਜ ਦਿੰਦੀ ਹੈ ਇਹ 20 ਪਲੱਸ ਦੇ ਦਿੰਦੀ ਹੈ ਵੀਰ ਜੀ। ਤੇ ਡੀਜ਼ਲ ਇੰਜਨ ਹੈ, ਐਵਰੇਜ ਵਧੀਆ ਦੇ ਦਿੰਦੀ ਹੈ। ਤੇ AC ਦੀ ਕੂਲਿੰਗ ਵਗੈਰਾ ਵੀ ਹੈਗੀ। ਸੋ ਇਹਦੇ ਵਿੱਚ ਆ ਨਹੀਂ ਹੈਗਾ ਕਿ ਆਪਾਂ ਬੈਠੇ ਹਾਂ ਤੇ ਬਾਰੀਆਂ ਖੋਲ੍ਹਣੀਆਂ ਪੈ ਰਹੀਆਂ ਆ। ਫਰੰਟ ਗੇਅਰ ਦੇ ਲਈ ਆਪਾਂ ਕੀ ਕਰਦੇ ਹਾਂ, ਇਹਨੂੰ ਲੀਵਰ ਨੂੰ ਕੈਮਰਾਮੈਨ ਨੂੰ ਕਹੂੰਗਾ ਵੀ ਇੱਕ ਵਾਰੀ ਦਿਖਾ ਦੇਣ ਵਰਕਿੰਗ। ਇਹ ਬਿਲਕੁਲ ਉੱਤੇ ਚੱਕਣਾ ਤੇ ਇਹਨੂੰ ਅੱਗੇ ਫਾਰਵਰਡ ਕਰ ਲੈਣਾ, ਫਸਟ ਗੇਅਰ ਪੈ ਜਾਂਦਾ ਹੈ। ਇਦਾਂ ਹੀ ਉੱਤੇ ਜਾ ਕੇ ਬੈਕ ਕਰੀਏ ਤੇ ਸੈਕੰਡ ਗੇਅਰ ਪੈ ਜਾਂਦਾ ਹੈ ਜੀ। ਜਦੋਂ ਆਪਾਂ ਥਰਡ ਗੇਅਰ ਦੀ ਗੱਲ ਕਰੀਏ, ਥੱਲੇ ਨੂੰ ਕਰਕੇ ਫਰੰਟ ਤੇ ਆ ਗਿਆ ਜੀ ਥਰਡ ਗੇਅਰ, ਥੱਲੇ ਨੂੰ ਕਰਕੇ ਪਿੱਛੇ ਕਰੀਏ ਜੀ ਆ ਗਿਆ ਆਪਣਾ ਫੋਰਥ ਗੇਅਰ। ਹੁਣ ਆਪਾਂ ਰਿਵਰਸ ਦੀ ਗੱਲ ਕਰੀਏ, ਰਿਵਰਸ ਬਿਲਕੁਲ ਲੀਵਰ ਥੱਲੇ ਦੱਬ ਲੈਣਾ, ਥੱਲੇ ਦੱਬ ਕੇ ਥੱਲੇ ਨੂੰ ਕਰ ਦੇਣਾ, ਦੈਟਸ ਰਿਵਰਸ ਗੇਅਰ। ਤੁਸੀਂ ਰੋਡ ਤੇ ਵੀ ਇਹਨੂੰ ਲੈ ਕੇ ਜਾਂਦੇ ਹੋਵੋਗੇ, ਕਿਤੇ ਰਿਸ਼ਤੇਦਾਰਾਂ ਦੇ ਜਾਣਾ ਜਾਂ ਕਿਤੇ ਟਰੈਵਲ ਕਰਨਾ ਇੱਕ ਤੋਂ ਦੂਜੀ ਜਗ੍ਹਾ ਤੇ, ਤਾਂ ਮੈਂ ਦੇਖ ਰਿਹਾ ਸ਼ੀਸ਼ੇ ਕਾਲੇ ਨੇ, ਫਿਰ ਪੁਲਿਸ ਰੋਕਦੀ ਨਹੀਂ ਤੁਹਾਨੂੰ? ਐਕਚੁਅਲੀ ਇਹ ਕੰਪਨੀ ਫਿਟਡ ਬਲੈਕ ਆਏ ਸੀਗੇ ਉਦੋਂ। ਟਿੰਟਡ ਗ੍ਰੀਨ 'ਚ ਆਉਂਦੇ ਸੀਗੇ ਜਾਂ ਟਿੰਟਡ ਬਲੈਕ ਦੇ ਵਿੱਚ ਆਉਂਦੇ ਸੀਗੇ। ਕੋਈ ਵੀ ਕੰਪਨੀ ਫਿਟਡ ਗਲਾਸ ਹੈਗਾ ਆ, ਕੰਪਨੀ ਵੱਲੋਂ ਫਿੱਟ ਆਇਆ ਹੋਇਆ, ਉਹਨੂੰ ਅਥਾਰਟੀ ਹੁੰਦੀ ਹੈ। ਇਹ ਐਕਚੁਅਲੀ 86 ਮਾਡਲ ਹੈ ਜੀ। ਅਕੋਰਡਿੰਗ ਟੂ ਨੰਬਰ ਵੀ 86 ਹੀ ਜਾਂਦਾ ਹੈ, 4186 ਹੈ ਜੀ। ਇਹ ਵੀ ਜਲੰਧਰ ਰਜਿਸਟਰਡ ਹੈਗਾ ਆ। ਤੇ ਡੈਡ ਨੇ ਖਰੀਦਿਆ ਸੀਗਾ, ਡੈਡ ਆਰਮੀ 'ਚ ਸੀਗੇ ਤੇ ਆਲਮੋਸਟ 2 ਸਾਲ ਬਾਅਦ ਉਹਨਾਂ ਨੇ ਕੁਝ 50 ਪੈਸੇ ਦੀ ਸਾਈ ਤੇ ਖਰੀਦਿਆ ਸੀਗਾ। ਇਹ 1913 ਜਾਂ 14 ਮਾਡਲ ਹੈਗਾ ਜੀ। ਟੋਟਲ ਪਿੱਤਲ ਮੇਡ ਆ ਤੇ ਉਸੇ ਟਾਈਮ ਦਾ ਹੀ ਇਦਾਂ ਦਾ ਪਿੱਤਲ ਹੈਗਾ, ਸ਼ਾਈਨਿੰਗ ਦੇ ਵਿੱਚ ਅੱਜ ਵੀ ਵਰਕਿੰਗ ਕੰਡੀਸ਼ਨ ਦੇ ਵਿੱਚ ਹੈਗਾ ਆ। ਅਗਰ ਇਹ ਰੇਡੀਓ ਹੈਗਾ ਜੀ ਆਪਣਾ ਕੁਝ 1913 ਜਾਂ 14 ਮਾਡਲ ਹੈਗਾ ਆ, ਅੰਗਰੇਜ਼ਾਂ ਦੇ ਜ਼ਮਾਨੇ ਦਾ ਹੈ। ਇਹ ਵੀ ਨਾਨਾ ਜੀ ਨੇ ਲਿਆ ਸੀਗਾ। ਸ਼ੌਂਕ ਦੇ ਲਈ ਰੱਖਣ ਲਈ ਉਹਨਾਂ ਨੂੰ ਪੈਸੇ ਦੇਣੇ ਪੈਂਦੇ ਸੀ ਇਸ ਚੀਜ਼ ਨੂੰ। ਸਾਈਕਲ ਦਾ ਲਾਇਸੈਂਸ ਹੁੰਦਾ ਸੀਗਾ, ਰੇਡੀਓ ਦਾ ਲਾਇਸੈਂਸ ਹੁੰਦਾ ਸੀਗਾ। ਬਾਅਦ 'ਚ ਜਿੱਦਾਂ TV ਆਏ, TV ਰੱਖਣਾ ਇੱਕ ਸੋ ਇਹ ਲਾਇਸੈਂਸ ਬਣਦਾ ਸੀਗਾ। ਅੱਛਾ, ਇਹ ਰੇਡੀਓ ਸੁਣਨ ਵਾਸਤੇ ਹੀ ਲਾਇਸੈਂਸ ਹੈ ਜਾਂ ਖਰੀਦਣ ਵਾਸਤੇ ਹੀ ਲਾਇਸੈਂਸ? ਹਾਂਜੀ, ਸੁਣਨ ਵਾਸਤੇ ਹਰ ਸਾਲ ਤੁਹਾਨੂੰ ਅਪਡੇਟ ਕਰਾਉਣਾ ਪੈਂਦਾ ਸੀ ਇਸ ਰੇਡੀਓ ਨੂੰ। ਇਹ ਨਾਨਾ ਜੀ ਦੇ ਨਾਮ ਤੇ ਹੈ ਜੀ, ਸਰਦਾਰ ਫੌਜਾ ਸਿੰਘ ਜੀ, ਫੁਗਲਾਣਾ ਵਿਲੇਜ। ਤੇ ਇਹ ਸੈਲਫ ਅਸੈਂਬਲ ਹੈਗਾ ਰਾਜਪੁਰ ਭਾਈਆਂ। ਇਹ ਇਧਰ ਫੁਗਲਾਣਾ ਹੁਸ਼ਿਆਰਪੁਰ ਰੋਡ ਤੇ ਪਿੰਡ ਪੈਂਦਾ ਹੈਗਾ, ਉੱਧਰ ਹੈ ਜੀ। ਸਤਿ ਸ਼੍ਰੀ ਅਕਾਲ, ਹਮਦਰਦ TV ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸੁਖਵਿੰਦਰ ਸਿੰਘ। ਕਹਿੰਦੇ ਨੇ ਕਿ ਪੰਜਾਬੀਆਂ ਦੇ ਸ਼ੌਂਕ ਵੱਖਰੇ ਹੁੰਦੇ ਨੇ ਤੇ ਪੰਜਾਬੀ ਆਪਣੇ ਸ਼ੌਂਕ ਪੁਗਾਉਣ ਦੇ ਲਈ ਹਰ ਹੀਲਾ ਕਰਦੇ ਨੇ। ਔਰ ਇਸ ਹੀਲੇ ਦੇ ਵਿੱਚ ਕਈ ਵਾਰ ਉਹਨਾਂ ਨੂੰ ਅਜਿਹੀਆਂ ਚੀਜ਼ਾਂ ਵੀ ਮਿਲ ਜਾਂਦੀਆਂ ਨੇ ਜੋ ਨਾ ਸਿਰਫ ਉਹਨਾਂ ਦੇ ਬਜ਼ੁਰਗਾਂ ਦੇ ਨਾਲ ਜੁੜੀਆਂ ਹੁੰਦੀਆਂ ਨੇ, ਬਲਕਿ ਇੱਕ ਪੁਰਾਣੇ ਇਤਿਹਾਸ ਤੇ ਵਿਰਸੇ ਨੂੰ ਵੀ ਸਾਡੇ ਸਾਹਮਣੇ ਪੇਸ਼ ਕਰਦੀਆਂ ਨੇ। ਅੱਜ ਅਸੀਂ ਕੈਨੇਡਾ ਰਹਿੰਦੇ ਇੱਕ ਪੰਜਾਬੀ ਨੌਜਵਾਨ ਦੇ ਘਰ ਜਲੰਧਰ ਦੇ ਵਿੱਚ ਖੜ੍ਹੇ ਹਾਂ, ਜਿਸ ਨੌਜਵਾਨ ਨੂੰ ਕੈਨੇਡਾ ਰਹਿੰਦੇ ਹੋਇਆਂ ਵੀ ਪੰਜਾਬ ਦੀ ਧਰਤੀ ਦੇ ਨਾਲ ਪਿਆਰ ਤਾਂ ਹੈ ਹੀ ਹੈ, ਬਲਕਿ ਆਪਣੇ ਪੁਰਖਿਆਂ ਦੀਆਂ ਇਹਨਾਂ ਵਿੰਟੇਜ ਕਾਰਾਂ ਨੂੰ ਸਾਂਭ ਸੰਭਾਲ ਕਰਨ ਦੀ ਵੀ ਪੂਰੀ ਜਿਹੜੀ ਹੈ ਉਹ ਸਿੱਖਿਆ ਪ੍ਰਾਪਤ ਉਹਨਾਂ ਨੂੰ ਪਿਛਲੇ ਉਹਨਾਂ ਦੇ ਬਜ਼ੁਰਗਾਂ ਤੋਂ ਮਿਲੀ ਹੋਈ ਹੈ। ਸਿਰਫ ਇਹ ਕਾਰਾਂ ਹੀ ਨਹੀਂ, ਬਲਕਿ
ਪੁਰਾਣੇ ਅੰਗਰੇਜ਼ਾਂ ਦੇ ਸਮੇਂ ਦੇ ਸ਼ੀਸ਼ਿਆਂ ਤੋਂ ਲੈ ਕੇ ਰੇਡੀਓਜ਼ ਤੋਂ ਲੈ ਕੇ ਦੂਰਬੀਨ ਤੱਕ ਜਿਹੜੀਆਂ ਅੱਜ ਵੀ ਕੰਮ ਕਰਦੇ ਨੇ, ਉਹ ਵੀ ਇਹਨਾਂ ਵੀਰ ਜੀ ਦੇ ਉੱਤੋਂ ਦੇ ਕੋਲ ਮੌਜੂਦ ਨੇ। ਸਾਡੇ ਨਾਲ ਨੇ ਬਾਈ ਜੀ ਕੀ ਨਾਂ ਤੁਹਾਡਾ ਜੀ? ਮੇਰਾ ਨਾਮ ਕਰਨਵੀਰ ਸਿੰਘ ਜੀ। ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਤੁਹਾਡਾ, ਜੀ ਆਇਆਂ ਨੂੰ। ਤੇ ਕਰਨਵੀਰ ਜੀ, ਇਹਨਾਂ ਬਾਰੇ ਮੈਂ ਗੱਲ ਕਰੂੰਗਾ, ਪਹਿਲਾਂ ਮੈਨੂੰ ਦੱਸ ਦਿਓ ਕੈਨੇਡਾ ਕਿੱਥੇ ਰਹਿੰਦੇ ਹੋ ਔਰ ਕੀ ਕੰਮ ਕਰਦੇ ਹੋ ਉੱਥੇ? ਕੈਨੇਡਾ ਵੀਰ ਜੀ, ਮੈਂ ਕੁਛ 1.5 ਸਾਲ ਤੋਂ ਉੱਥੇ ਸੀਗਾ ਤੇ ਰੀਸੈਂਟਲੀ ਮੇਰਾ ਇੱਕ ਵਰਕ ਪਰਮਿਟ ਲੱਗਾ, ਜਿਹਦੇ ਵਿੱਚ ਮੈਂ ਵਰਕਸ਼ਾਪ ਮੈਨੇਜਰ ਹਾਂ ਚੀਮਾਸ ਆਟੋਜ਼ ਦੇ ਉੱਤੇ, ਜਿੱਥੇ ਕਿ ਡੈਂਟਿੰਗ ਪੇਂਟਿੰਗ ਤੋਂ ਲੈ ਕੇ ਮੋਡੀਫਿਕੇਸ਼ਨ, ਆਪਣਾ ਇਲੈਕਟ੍ਰੀਕਲ ਵਰਕ, ਮਕੈਨੀਕਲ ਵਰਕ ਸਾਰਾ ਚੱਲਦਾ ਹੈ। ਤੇ ਮੇਰੇ ਅੰਡਰ 2 ਤੋਂ 3 ਬੰਦਿਆਂ ਦੀ ਟੀਮ ਰਹਿੰਦੀ ਹੈ, ਜਿਹੜਾ ਕਿ ਸਾਰਾ ਕੰਮ ਹੈਂਡਲ ਕਰਦੀ ਹੈ ਤੇ ਮੈਂ ਉਹਨਾਂ ਦੀ ਨਿਗਰਾਨੀ ਕਰਦਾ ਹਾਂ। ਜਿਵੇਂ ਆਪਾਂ ਭਾਜੀ ਇਹ ਕਾਰਾਂ ਦੇ ਬਾਰੇ ਥੋੜ੍ਹੀ ਜਿਹੀ ਗੱਲ ਕਰਨੀ ਹੈ। ਇਹ ਕਾਰਾਂ ਮੈਨੂੰ ਦੱਸਿਓ ਕਦੋਂ ਦੀਆਂ ਨੇ, ਇਹਨਾਂ ਵੱਲ ਵੀ ਆਵਾਂਗੇ। ਪਹਿਲਾਂ ਥੋੜ੍ਹੀਆਂ ਜਿਹੀਆਂ ਕਾਰਾਂ ਦੱਸ ਦਿਓ, ਇਹ ਕਾਰ ਕਦੋਂ ਦੀ ਆ ਔਰ ਕਿਵੇਂ ਇਸ ਨੂੰ ਤਿਆਰ ਕੀਤਾ ਹੈ ਔਰ ਕੀ ਇਹਦੇ ਵਿੱਚ ਖਾਸੀਅਤ ਹੈ, ਕਿਹੜੇ ਸੰਨ ਦਾ ਮਾਡਲ ਕਿਹੜਾ ਹੈ? ਇਹ ਜੀ ਆਪਣੀ ਜਾਪਾਨੀ ਮਾਡਲ ਮਰੂਤੀ ਹੈ ਜੀ। ਆਪਣੇ ਇੰਡੀਆ ਦੇ ਲਾਂਚ ਹੋਣ ਤੋਂ ਪਹਿਲਾਂ ਇਹ ਉੱਥੋਂ ਜਾਪਾਨ ਤੋਂ ਇੰਪੋਰਟ ਹੋਈਆਂ ਸੀਗੀਆਂ। ਕੁਛ ਨੀਅਰ ਅਬਾਊਟ 50 to 60 ਕਾਰ ਇੰਪੋਰਟ ਹੋਈਆਂ ਸੀਗੀਆਂ। ਉਸ ਟਾਈਮ ਦੇ ਵਿੱਚ ਜਾਪਾਨ ਹੀ ਬਣਦੀਆਂ ਸੀਗੀਆਂ, ਬਣ ਕੇ ਸਿਰਫ ਇੱਥੇ ਇੰਪੋਰਟ ਹੁੰਦੀਆਂ ਸੀਗੀਆਂ ਤੇ ਉਹਨਾਂ ਨੂੰ ਖਰੀਦਦੇ ਸੀਗੇ। ਤੇ ਇਸ ਮਾਡਲ ਦਾ ਨਾਮ SS80 ਰੱਖਿਆ ਗਿਆ ਸੀਗਾ। ਤੇ ਉਸ ਤੋਂ ਬਾਅਦ ਜਿਹੜੀਆਂ ਆਪਣੇ ਇੱਥੇ ਆਈਆਂ ਸੀਗੀਆਂ ਦੀਆਂ FB308 ਹੈਗੀਆਂ, ਜਿਹੜੀਆਂ ਇੰਡੀਅਨ ਬਿਲਟ ਨੇ। ਉਹਨਾਂ ਤੇ ਇਹਨਾਂ ਦੇ ਵਿੱਚ ਇੰਜਨ ਦੇ ਵਿੱਚ ਕਾਫੀ ਜ਼ਿਆਦਾ ਫਰਕ ਨੇ, ਬਾਡੀ ਬਿਲਡ ਦੇ ਵਿੱਚ ਫਰਕ ਨੇ, ਤੇ ਆਪਾਂ ਕਹਿ ਲਈਏ ਕਿ ਡਰਾਈਵ ਐਂਡ ਕੰਫਰਟ ਲਾਈਨ ਦੇ ਵਿੱਚ ਉਹਨਾਂ ਦੇ ਨਾਲੋਂ ਕਿਤੇ ਫਰਕ ਹੈਗਾ। ਔਰ ਇਹ ਉਸ ਟਾਈਮ ਦਾ ਟੌਪ ਮਾਡਲ AC ਮਾਡਲ ਹੈਗਾ, ਜਿਹਨੂੰ ਆਪਾਂ ਮਾਰੂਤੀ SS80 DC ਕਹਿੰਦੇ ਸੀਗੇ। ਅੱਛਾ, ਇਹ ਕਿਹੜੇ ਸਾਲ ਦਾ ਮਾਡਲ ਹੈ? ਇਹ 1984 ਮਾਡਲ ਹੈ ਜੀ। ਤੇ ਅਸੀਂ ਇਹਦੇ ਮੇਰੇ ਖਿਆਲ ਨਾਲ 3rd ਓਨਰ ਆ। ਤੇ 5 ਸਾਲ ਪਹਿਲਾਂ ਖਰੀਦੀ ਸੀਗੀ ਤੇ ਉਦੋਂ ਲਿਆ ਕੇ ਇਹਨੂੰ ਪੂਰੀ ਦੀ ਪੂਰੀ ਰੀਸਟੋਰ ਕੀਤੀ ਹੈ, ਰੀਬਿਲਡ ਕੀਤੀ ਹੈ ਆਪਣੀ ਚੋਇਸ ਦੇ ਅਕੋਰਡਿੰਗ। ਅੱਛਾ, ਕਿੱਥੋਂ ਕਰਵਾਈਏ ਭਾਜੀ ਇਹਨੂੰ ਤਿਆਰ ਪੂਰੀ ਹੁਣ, ਕਿਉਂਕਿ ਇਹਦੀ ਹਾਲਤ ਬਹੁਤ ਜ਼ਿਆਦਾ ਚਮਕ ਦਮਕ ਵੀ ਪੂਰੀ ਹੈ ਇਹਦੀ? ਇਹ ਮੈਂ ਕਿਸੇ ਤੋਂ ਤਿਆਰ ਕਰਾਉਣ ਦੇ ਬਜਾਏ ਪ੍ਰੈਫਰ ਕਰਦਾ, ਕਿਉਂਕਿ ਮੇਰਾ ਪ੍ਰੋਫੈਸ਼ਨ ਹੀ ਆ ਗੱਡੀਆਂ ਦੇ ਰਿਲੇਟਡ ਹੈਗਾ। ਬੀਟੈਕ ਮੇਰੀ ਇਹਦੇ ਵਿੱਚ ਹੀ ਹੈਗੀ ਹੈ, ਆਟੋਮੋਬਾਈਲ ਦੇ ਵਿੱਚ, ਤੇ ਮੈਂ ਆਪ ਹੀ ਤਿਆਰ ਕਰਨਾ ਪਸੰਦ ਕਰਦਾ ਹੈਗਾ। ਅੱਛਾ, ਪੇਂਟਿੰਗ ਤੋਂ ਲੈ ਕੇ ਬਾਡੀ ਵਰਕ ਤੋਂ ਲੈ ਕੇ ਲੈਦਰ ਇੰਟੀਰੀਅਰ ਵਗੈਰਾ, ਜਾਂ ਵਾਇਰ ਫਿਟਿੰਗ ਹੋਵੇ, ਕੋਈ ਵੀ ਸੈਂਸਰ ਵਗੈਰਾ ਬਿਲਡ ਕਰਨੇ ਹੋਣ, ਮਕੈਨੀਕਲ ਕੰਮ ਹੋਵੇ, ਸਾਰਾ ਖੁਦ ਹੀ ਆਪ ਹੀ ਇਹਨੂੰ ਤਿਆਰ ਕਰਨਾ ਹੈ ਤੇ ਫਿਰ ਅਸੀਂ ਇਹਨੂੰ ਅੱਗੇ ਲੈ ਕੇ ਜਾਈਏ। ਇਹ ਫਿਰ ਤੁਸੀਂ ਹੁਣ ਰਹਿੰਦੇ ਤਾਂ ਕੈਨੇਡਾ ਹੋ, ਫਿਰ ਇੰਨਾ ਟਾਈਮ ਕਿਵੇਂ ਦਿੰਦੇ ਹੋ? ਕਿਉਂਕਿ ਇਹਦੀ ਸਾਂਭ ਸੰਭਾਲ, ਜਿੱਦਾਂ ਤੁਸੀਂ ਕਿਹਾ ਵੀ ਇਹਨੂੰ ਤਿਆਰ ਵੀ ਖੁਦ ਦੁਬਾਰਾ ਕੀਤੀ ਹੈ, ਫਿਰ ਕਿਵੇਂ ਤਿਆਰ ਕੀਤੀ ਹੈ? ਇੰਡੀਆ ਛੁੱਟੀ ਆਉਣੇ, ਫਿਰ ਇਹਦੇ ਨਾਲ ਹੀ ਰਹਿੰਦਾ ਟਾਈਮ ਸਾਰਾ? ਜਦੋਂ ਮੇਰਾ ਇੱਥੇ ਆਪਣਾ ਬਿਜ਼ਨਸ ਸੀਗਾ ਜਾਂ ਮੈਂ ਇੱਥੇ ਜੌਬ ਕਰਦਾ ਸੀ, ਉਦੋਂ ਵੀ ਆਹੀ ਰਹਿੰਦਾ ਸੀਗਾ ਕਿ ਰਾਤ ਨੂੰ ਆਉਣਾ ਹੈ ਕੰਮ ਦਾ, ਫਟਾਫਟ ਛੇਤੀ ਛੁੱਟੀ ਕਰਕੇ ਤੇ ਸ਼ਨੀਵਾਰ ਐਤਵਾਰ ਪੂਰਾ ਇਹਨਾਂ ਤੇ ਲਾਉਣਾ ਹੈ ਕਿ ਆਪਾਂ ਇਹਨੂੰ ਤਿਆਰ ਕਰਨਾ ਹੈ ਤੇ ਚਲਾਉਣਾ ਆ। ਕਿਉਂਕਿ ਜਦੋਂ ਬਾਹਰ ਗੱਡੀ ਦਾ ਤਿਆਰ ਕਰਕੇ ਤੇ ਫਿਰ ਲੋਕ ਦੇਖਦੇ ਨੇ ਤੇ ਆਪਣੇ ਦਿਲ ਨੂੰ ਇੱਕ ਵਧੀਆ ਖੁਸ਼ੀ ਮਹਿਸੂਸ ਹੁੰਦੀ ਹੈ। ਤੇ ਹੁਣ ਕੈਨੇਡਾ ਤੋਂ ਆਇਆ ਸੀ ਮੈਂ ਕੁਛ ਅਪ੍ਰੈਲ ਦੇ ਵਿੱਚ, ਤੇ ਲਾਕਡਾਊਨ ਲੱਗਣ ਦੇ ਦੌਰਾਨ ਫਲਾਈਟਸ ਕੈਂਸਲ ਹੁੰਦੀਆਂ ਰਹੀਆਂ। ਫਲਾਈਟ ਜਦੋਂ ਕੈਂਸਲ ਹੁੰਦੀਆਂ ਰਹੀਆਂ ਤੇ ਮੈਂ ਸੋਚਿਆ ਕਿਉਂ ਨਾ ਇਹਨਾਂ ਦੇ ਉੱਤੇ ਵੀ ਇੱਕ ਹੱਥ ਫੇਰ ਹੀ ਦਈਏ ਤੇ ਇਹਨਾਂ ਨੂੰ ਦੁਬਾਰਾ ਤੋਂ ਨਵਾਂ ਕਰਕੇ ਦਈਏ। ਅੱਛਾ, ਇੰਜਨ ਭਾਈ ਇਹਦੇ ਵਿੱਚ ਜੋ ਪਹਿਲਾਂ ਆਇਆ ਸੀ ਉਹੀ ਹੈ ਜਾਂ ਇੰਜਨ ਵੀ ਚੇਂਜ ਕੀਤਾ ਹੈ ਜਾਂ ਕੀ ਚੇਂਜ ਕੀ ਕੀਤਾ? ਓਰੀਜਨਲ ਇੰਜਨ, ਓਰੀਜਨਲ ਸ਼ੈਲ, ਸਭ ਕੁਝ ਓਰੀਜਨਲ ਹੈ। ਸਿਰਫ ਅੱਜ ਦੇ ਟਾਈਮ ਦੀ ਜਿੱਦਾਂ ਟੈਕਨੋਲੋਜੀ ਨੂੰ ਕਹਿ ਲਈਏ, ਪਾਰਕਿੰਗ ਦੇ ਲਈ ਆਪਣੇ ਸੈਂਸਰ ਆ ਗਏ ਨੇ, ਫਰੰਟ ਐਂਡ ਰੀਅਰ, ਜਿੱਦਾਂ ਮਰਸੀਡੀਜ਼ ਆਡੀਜ਼ ਦੇ ਵਿੱਚ ਆਉਂਦੇ ਨੇ, ਉਹ ਲਗਾਏ ਗਏ ਨੇ। ਫਰੰਟ ਕੈਮਰਾਜ਼ ਇੰਸਟਾਲ ਕੀਤੇ ਗਏ ਨੇ, ਰੀਅਰ ਕੈਮਰਾ ਇੰਸਟਾਲ ਕੀਤੇ ਗਏ ਨੇ, ਮਿਊਜ਼ਿਕ ਸਿਸਟਮ ਨੂੰ ਅਪਡੇਟ ਕੀਤਾ ਗਿਆ ਆ, ਤੇ ਕੁਝ ਲੈਦਰ ਫਿਟਿੰਗ ਕੀਤੀ ਗਈ ਹੈ ਤਾਂ ਕਿ ਅੱਜ ਦੇ ਜ਼ਮਾਨੇ ਦੀ ਲਗਜ਼ਰੀ ਨੂੰ ਵੀ ਇਹਦੇ ਵਿੱਚ ਮਾਣਿਆ ਜਾ ਸਕੇ। ਅੱਛਾ, ਵਿੱਚੋਂ ਭਾਜੀ ਕੁਝ ਵੀ ਬਦਲਾਅ ਹੈਗਾ ਜੋ ਵਿੱਚ, ਜਿੱਦਾਂ ਆਮ ਸਾਡੀਆਂ ਹੁਣ ਗੱਡੀਆਂ ਨੇ ਜਾਂ ਜਦੋਂ ਇਹ ਆਈ ਸੀਗੀ ਜਾਪਾਨ ਮਾਡਲ ਤੁਸੀਂ ਦੱਸ ਰਹੇ ਹੋ, ਤਾਂ ਵਿੱਚ ਇੰਟੀਰੀਅਰ ਦੇ ਵਿੱਚ ਜਾਂ ਹੋਰ ਵਿੱਚ ਕੀ ਫਰਕ ਹੈਗਾ ਇਸ ਕਾਰ ਦੇ? ਜੇ ਅੱਜ ਦੇ ਸਮੇਂ ਦੀਆਂ ਕਾਰਾਂ ਦੇ ਨਾਲੋਂ ਲਾਈਏ ਤੇ ਬਹੁਤ ਜ਼ਿਆਦਾ ਫਰਕ ਕਹਿ ਸਕਦੇ ਹਾਂ ਆਪਾਂ, ਕਿਉਂਕਿ ਹੁਣ ਤੇ ਅੱਜ ਕੱਲ੍ਹ ਹੀਟਡ ਸੀਟਸ, ਆਪਣੇ ਅੰਦਰ ਵੀ ਬਾਰੀਆਂ ਨੂੰ ਖੋਲ੍ਹਣ ਦੇ ਲਈ ਸੈਂਸਰ ਜਾਂ ਸਭ ਕੁਝ ਆ ਗਿਆ ਆ। ਬਟ ਉਸ ਸਮੇਂ ਦੀ ਇਹ ਟੈਕਨੋਲੋਜੀ ਨੂੰ ਲਾਈਏ ਤੇ ਐਡਵਾਂਸ ਸੀਗੀ, ਕਿਉਂਕਿ ਤੇ ਡੋਰਸ ਦੇ ਵਿੱਚ ਅੱਜ ਵੀ ਸੈਂਸਰ ਲੱਗੇ ਹੋਏ ਨੇ ਜਿਹੜੇ ਵਰਕਿੰਗ ਨੇ। ਡੋਰ ਖੋਲ੍ਹਣ ਦੇ ਉੱਤੇ ਅੰਦਰ ਰੂਫ ਲਾਈਟ ਜਗ ਜਾਂਦੀ ਹੈ, ਡੋਰ ਬੰਦ ਕਰਨ ਤੇ ਰੂਫ ਲਾਈਟਸ ਬੰਦ ਹੋ ਜਾਂਦੀਆਂ ਨੇ। ਡਿਜੀਟਲ ਕਲੌਕ ਦਿੱਤੀ ਹੋਈ ਹੈ ਅੰਦਰ, ਜਿਹੜੀ ਕਿ ਉਸ ਟਾਈਮ ਦੇ ਜ਼ਮਾਨੇ ਦੇ ਲਈ ਇੱਕ ਵਧੀਆ ਅਪਡੇਟ ਸੀਗੀ ਕਿ ਆਉਣ ਜਾਣ ਦੇ ਲਈ ਘੜੀਆਂ ਦੀ ਬਜਾਏ ਜਾਂ ਫੋਨ ਹੁੰਦੇ ਨਹੀਂ ਸੀਗੇ ਤੇ ਘੜੀਆਂ ਹੱਥ 'ਤੇ ਪਾਉਣਾ ਕੋਈ ਲਾਜ਼ਮੀ ਨਹੀਂ ਸਮਝਦਾ। ਫਿਰ ਉਹ ਘੜੀ ਇੱਕ ਦਿੱਤੀ ਗਈ ਸੀ ਕਿ ਆਉਣ ਜਾਣ ਲੱਗੇ ਸਮੇਂ ਦਾ ਪਤਾ ਲੱਗਦਾ ਰਹੇ ਕਿ ਆਪਾਂ ਸਮੇਂ ਕਿੱਦਾਂ ਬੀਤਦਾ ਪਿਆ। ਇਹ ਸਾਰਾ ਭਾਜੀ ਫਿਰ ਕਿੰਨਾ ਕੁ ਖਰਚਾ ਲਾ ਦਿੱਤਾ ਇਹਦੇ ਇੰਟੀਰੀਅਰ ਦੀ ਗੱਲ ਕਰੀਏ ਤਾਂ? ਇੰਟੀਰੀਅਰ ਦੀ ਗੱਲ ਕਰੀਏ, ਲੈਦਰ, ਮਿਊਜ਼ਿਕ ਸਿਸਟਮ ਜਾਂ ਆਪਣਾ ਇਲੈਕਟ੍ਰੀਕਲ ਅਪਗ੍ਰੇਡ ਕਰਨ ਦੇ ਲਈ ਕੁਝ 70 ਤੋਂ 80 ਹਜ਼ਾਰ ਇੰਡੀਅਨ ਰੁਪੀਸ ਲੱਗ ਚੁੱਕੇ ਨੇ ਇਹਦੇ ਉੱਤੇ। ਅੱਛਾ, ਇਹ ਸ਼ੌਂਕ ਵਾਸਤੇ ਹੀ ਲਾ ਦਿੱਤੇ? ਸ਼ੌਂਕ ਵਾਸਤੇ ਕਿ ਆਪਣਾ ਜਿਹੜਾ ਸ਼ੌਂਕ ਹੈਗਾ, ਜਿਹੜੀ ਕਮਾਈ ਹੁੰਦੀ, ਪਾਕਟ ਮਨੀ ਬਚਦੀ ਹੈ ਜਾਂ ਐਕਸਟਰਾ ਇਨਕਮ ਹੁੰਦੀ ਹੈ, ਉਹਨੂੰ ਸਾਰਾ ਇਹਦੇ ਉੱਤੇ ਇਨਵੈਸਟ ਕਰ ਦਿੱਤਾ ਜਾਂਦਾ ਕਿ ਕਿਉਂਕਿ ਇਹਨਾਂ ਦੀ ਜਿਹੜੀ ਵੈਲਿਊ ਦਿਨ ਪ੍ਰਤੀ ਦਿਨ ਵਧਣੀ ਹੈ। ਜਿਵੇਂ ਆਪਾਂ ਨਵੀਆਂ ਗੱਡੀਆਂ ਦੀ ਗੱਲ ਕਰੀਏ, ਕੋਈ ਮੈਨੂੰ ਨਵੀਂ ਗੱਡੀ ਖਰੀਦਦਾ ਆ, ਸ਼ੋਰੂਮ ਤੋਂ ਉਤਰਦਿਆਂ ਰੇਟ ਘਟ ਜਾਂਦਾ। ਇਹ ਅੱਜ ਮੈਂ ਮੰਨ ਲਓ ਕੋਈ ਲੱਖ ਰੁਪਏ ਦੀ ਖਰੀਦੀ ਹੈ ਤੇ ਮੈਨੂੰ ਕੱਲ੍ਹ ਹੀ ਵੇਚਣਾ ਚਾਹਾਂ ਤੇ ਮੈਨੂੰ 50,000 ਦੇ ਜਾਏਗੀ, ਇਹ ਛੱਡੇਗੀ ਨਹੀਂ।
ਕਿਉਂਕਿ ਡਿਮਾਂਡ vintage ਰਹਿੰਦੀ ਇਹਨਾਂ ਦੀ, ਅੱਜ ਵੀ ਡਿਮਾਂਡ ਰਹਿੰਦੀ ਇਹਨਾਂ ਦੀ। ਅੱਜ ਵੀ ਡਿਮਾਂਡ ਮੇਰੇ ਕੋਲ ਪਹਿਲਾਂ 2 ਕਾਰਾਂ ਹੋਰ ਸੀਗੀਆਂ, ਸੋ ਮੈਂ ਬਣਾ ਕੇ ਰੀਬਿਲਡ ਕਰਕੇ ਵੇਚੀਆਂ ਵੀ ਨੇ। ਸੋ ਕਸਟਮਰ ਕੋਈ ਹਿਮਾਚਲ, ਕੋਈ ਹਰਿਆਣਾ, ਕੋਈ ਮੋਗਾ ਸਾਈਡ ਡਿਮਾਂਡ ਕਰਦੇ ਰਹਿੰਦੇ ਨੇ ਕਿ ਸਾਨੂੰ ਵੀ ਬਣਾ ਕੇ ਦਿਓ, ਤੇ ਫਿਰ ਇਹਨਾਂ ਕਾਰਾਂ ਦੀ ਰੀਸੇਲ ਵੈਲਿਊ ਵੀ ਬਹੁਤ ਜ਼ਿਆਦਾ ਐਜ਼ ਕੰਪੇਅਰ ਟੂ ਅੱਜ ਦੀਆਂ ਨਵੀਆਂ ਗੱਡੀਆਂ ਦੇ ਨਾਲੋਂ। ਇਹ ਭਾਈ ਦੌੜਦੀ ਏਸੀ ਪੂਰਾ ਕੰਮ ਕਰਦਾ ਇਹਦਾ? ਹੁਣ ਜੇ ਇਹਦੀ ਦੌੜਾਉਣ ਦਾ ਬਹੁਤ ਸ਼ੌਂਕ ਹੈ ਪੰਜਾਬੀਆਂ ਦੇ ਕਰਕੇ ਇਹਦੇ ਵਿੱਚ ਏਸੀ ਵੀ ਆਉਂਦਾ ਸੀਗਾ। ਏਸੀ ਆਉਣ ਦੇ ਨਾਲ ਜੇ ਆਪਾਂ ਇਹਨਾਂ ਦੀ ਪਿਕਅਪ ਵਗੈਰਾ ਕਹੀਏ ਜਾਂ ਸਪੀਡ ਕਹੀਏ, ਅੱਜ ਦੀ ਮਾਰੂਤੀ ਦੇ ਨਾਲੋਂ ਇਹ 10 bhp ਜ਼ਿਆਦਾ ਹਾਰਸ ਪਾਵਰ, ਇਹਦੀ 10 ਗੁਣਾ ਮਤਲਬ 10 bhp ਜ਼ਿਆਦਾ ਹੈਗੀ ਹਾਰਸ ਪਾਵਰ। ਉਹਦੇ ਕਰਕੇ ਕੀ ਹੈਗਾ, ਇਹਨਾਂ ਦੀ ਇੰਜਨ ਦੀ ਇੱਕ ਤੇ ਐਵਰੇਜ ਵੀ ਵਧੀਆ ਹੈਗੀ ਅੱਜ ਦੇ, ਕਿਉਂਕਿ ਅੱਜ ਆ ਗਏ ਆਪਣੇ ਇਲੈਕਟ੍ਰੋਨਿਕ ਸਟੀਅਰਿੰਗ, ਪਾਵਰ ਸਟੀਅਰਿੰਗ ਆ ਗਏ ਆ, ਜਾਂ ਹੋਰ ਉਹਦੇ ਅਸੈਸਰੀ ਲਾਉਣ ਦੇ ਨਾਲ ਇੰਜਨ ਦੀ ਥੋੜੀ ਐਵਰੇਜ ਘਟ ਜਾਂਦੀ ਹੈ। ਇਹਦੇ ਵਿੱਚ ਮੈਨੂਅਲ ਸਟੀਅਰਿੰਗ ਹੈਗਾ, ਬਟ ਪਾਵਰ ਸਟੀਅਰਿੰਗ ਵਾਂਗੂ ਕੰਮ ਕਰਦਾ ਆ, ਪਰ ਤਾਂ ਵੀ ਐਵਰੇਜ ਵੀ ਵਧੀਆ ਦੇ ਰਿਹਾ ਤੇ ਪਿਕਅਪ ਵੀ ਵਧੀਆ ਦੇ ਰਿਹਾ। ਭਾਵੇਂ ਤੁਸੀਂ ਇਹਨੂੰ ਹਿਲੀ ਏਰੀਆ ਤੇ ਲੈ ਜਾਓ ਤਾਂ ਵੀ ਦੌੜਦੀ ਹੈ, ਜੇ ਆਪਾਂ ਇਹਨੂੰ ਕਹੀ ਆਫ ਰੋਡ ਚਲਾਉਣਾ ਹੈ ਤਾਂ ਵੀ ਵਧੀਆ ਆ, ਜੇ ਔਨ ਹਾਈਵੇ ਚਲਾਉਣੀ ਹੈ ਤੇ ਫਿਰ ਤੇ ਹੋਰ ਵਧੀਆ ਹੈਗੀ ਹੈ। ਮੰਗਦੇ ਲੋਕ ਤੁਹਾਡੇ ਤੋਂ ਫਿਰ ਵੀ? ਜਦੋਂ ਜਾਈਦਾ ਰਾਹ ਦੇ ਵਿੱਚ ਕਿਤੇ ਜਾਈਦਾ, ਕੋਈ ਦੇਖ ਲੈਂਦਾ ਤੇ ਜਦੋਂ ਦੇਖਦੇ ਨੇ ਤੇ ਕਹਿੰਦੇ ਨੇ ਕਿ ਯਾਰ ਕਿੱਥੋਂ ਖਰੀਦੀ ਹੈ, ਸਾਨੂੰ ਵੀ ਇੱਕ ਅੱਧੀ ਲੱਭ ਦੇ। ਅੱਜ ਵੀ ਬਹੁਤ ਸਾਰੇ ਕਸਟਮਰ ਦੀ ਕੰਟੈਕਟ ਲਿਸਟ ਪਈ ਹੈ ਜਿਹੜੇ ਇਨ ਡਿਮਾਂਡ ਰਹਿੰਦੇ ਕਿ ਸਾਨੂੰ ਵੀ ਜੀ ਇੱਕ ਅੱਧਾ ਦੀ ਇਦਾਂ ਦੀ ਲੱਭ ਦਿਓ ਕੋਈ। ਇਹਦੇ ਭਾਈ ਮੈਂ ਲਾਈਟਾਂ ਦੇ ਵਿੱਚ ਵੀ ਦੇਖ ਰਿਹਾ, ਜਿਹੜੀਆਂ ਇਹਦੀਆਂ ਲਾਈਟਾਂ 2 ਨੇ, ਡਿੱਗੀ ਦੇ ਵਿੱਚ ਵੀ ਥੋੜਾ ਜਿਹਾ ਮੈਂ ਫਰਕ ਦੇਖ ਰਿਹਾ। ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਇਹ ਜ਼ਰੂਰ ਤਸਵੀਰਾਂ ਦਿਖਾਉਣ, ਕੀ ਫਰਕ ਹੈਗਾ ਭਾਜੀ? ਇਹ ਜਿਹੜੀ ਜਾਪਾਨੀ ਮਾਰੂਤੀ ਸੀਗੀ ਇਹਦੇ ਵਿੱਚ ਡਿੱਗੀ ਨਹੀਂ ਆਉਂਦੀ ਸੀਗੀ, ਜਿੱਦਾਂ ਅੱਜ ਕੱਲ੍ਹ ਦੀਆਂ ਮਾਰੂਤੀਆਂ ਪਿੱਛੋਂ ਡਿੱਗੀ ਖੁੱਲ ਜਾਂਦੀ ਹੈ। ਇਹਦੇ ਵਿੱਚ ਸਿਰਫ ਗਲਾਸ ਓਪਨ ਹੁੰਦਾ ਸੀਗਾ, ਡਿੱਗੀ ਸਟੇਬਲ ਹੀ ਰਹਿੰਦੀ ਸੀਗੀ। ਗਲਾਸ ਨੂੰ ਓਪਨ ਕਰਕੇ ਆਪਾਂ ਜੋ ਵੀ ਪਲੇਸ ਕਰਨਾ ਅੰਦਰ ਪਲੇਸ ਕਰ ਸਕਦੇ ਹਾਂ। ਉਹਦੀ ਜਗ੍ਹਾ ਤੇ ਮੈਂ ਪੂਰਾ ਮਿਊਜ਼ਿਕ ਸਿਸਟਮ ਲਗਾ ਦਿੱਤਾ ਹੋਇਆ, ਤੁਹਾਨੂੰ ਮੈਂ ਖੋਲ ਕੇ ਦਿਖਾਉਂਦਾ ਇੱਕ ਵਾਰ। ਤਾਂ ਇਹ ਸ਼ੀਸ਼ਾ ਓਪਨ ਹੁੰਦਾ ਹੈ ਆਮ ਤੌਰ ਤੇ, ਜਿਹੜੀਆਂ ਹੁਣ ਗੱਡੀਆਂ ਨੇ ਉਹ ਓਪਨ ਨਹੀਂ ਹੁੰਦੀਆਂ, ਇਦਾਂ ਡਿੱਗੀ ਪੂਰੀ ਓਪਨ ਹੁੰਦੀ ਹੈ। ਤਾਂ ਇਹੀ ਡਿੱਗੀ ਸੀ ਇਹਦੀ ਭਾਜੀ ਫਿਰ? ਬਿਲਕੁਲ ਜੀ ਬਿਲਕੁਲ, ਓਰੀਜਨਲ ਡਿੱਗੀ ਹੈਗੀ ਹੈ ਇਹਦੇ ਵਿੱਚ ਕੋਈ ਚੇਂਜਸ ਨਹੀਂ ਕੀਤੇ ਗਏ। ਓਰੀਜਨਲ ਗਲਾਸ ਹੈ, ਜਾਪਾਨ ਮੇਡ ਗਲਾਸ ਹੈਗਾ, ਵਿਦ ਈਅਰ ਸਟੈਂਪਿੰਗ, ਸਾਰਾ ਕੁਝ ਓਰੀਜਨਲ ਹੈਗਾ ਆ। ਸੋ ਡਿੱਗੀ ਦੀ ਜਿੱਦਾਂ ਹੁਣ ਇਹਨੂੰ ਸ਼ੌਂਕ ਲਈ ਚਲਾਈਦਾ, ਸੋ ਇਹਦੇ ਵਿੱਚ ਲਗੇਜ ਦਾ ਤਾਂ ਕੋਈ ਕੰਮ ਨਹੀਂ ਹੈਗਾ। ਸੋ ਉਸ ਜਗ੍ਹਾ ਦੇ ਉੱਤੇ ਆਪਾਂ ਪਿਓਰਾ ਮਿਊਜ਼ਿਕ ਸਿਸਟਮ ਫਿੱਟ ਕੀਤਾ ਵਿਦ ਵੂਫਰ, ਸਪੀਕਰਸ ਐਂਡ ਆਲ ਦੈਟ। ਤੇ ਲਾਈਟਾਂ ਦੇ ਵਿੱਚ ਵੀ ਮੈਂ ਥੋੜਾ ਜਿਹਾ ਫਰਕ ਦੇਖ ਰਿਹਾ ਭਾਜੀ, ਜਿੱਦਾਂ ਆਮ 3-4 ਲਾਈਟਾਂ ਹੁਣ ਤਾਂ ਵੱਧ ਵੀ ਆਉਣ ਲੱਗ ਪਈਆਂ ਪੂਰੀਆਂ। ਜਿਹੜਾ ਜਾਪਾਨ ਮਾਡਲ ਸੀਗਾ ਇਹਦੇ ਵਿੱਚ ਇਹਦੀ ਖਾਸੀਅਤ ਆਹੀ ਸੀਗੀ ਕਿ ਇਹਦੀਆਂ 2 ਲਾਈਟਾਂ ਹੀ ਆਉਂਦੀਆਂ ਸੀਗੀਆਂ ਲਾਈਨ ਦੇ ਵਿੱਚ। ਜਿਹੜੇ ਆਪਣੇ ਇੰਡੀਅਨ ਮੇਡ ਮਾਡਲ ਨੇ ਉਹਦੇ ਵਿੱਚ ਇਹ 3 ਰੋ ਦੇ ਵਿੱਚ ਹੋ ਗਈਆਂ ਨੇ। ਉਹਦੇ ਵਿੱਚ ਜਿਹੜੀਆਂ ਉਤਲੀਆਂ 2 ਲਾਈਟਾਂ ਨੇ ਉਹ ਰੈੱਡ ਕਲਰਸ ਦੇ ਵਿੱਚ ਨੇ, ਇੱਕ ਪਾਰਕਿੰਗ ਲਈ ਹੈ, ਇੱਕ ਬ੍ਰੇਕ ਲਈ ਹੈ, ਤੇ ਥੱਲੇ ਇੰਡੀਕੇਟਰ ਹੈ ਤੇ ਨਾਲ ਬੈਕ ਲਾਈਟਸ ਦਿੱਤੀਆਂ ਹੋਈਆਂ ਨੇ। ਸੋ ਇਦਾਂ ਆ ਕੁਛ ਉਹਦੀ ਅਸੈਂਬਲੀ। ਇਹਦੇ ਵਿੱਚ ਸਿਰਫ 2 ਹੀ ਹੁੰਦੀਆਂ, ਪਾਰਕਿੰਗ ਐਂਡ ਬ੍ਰੇਕ ਇੱਕੋ ਦੇ ਵਿੱਚ ਹੀ ਦਿੱਤੀ ਹੋਈ ਹੈ, ਇੰਡੀਕੇਟਰ ਐਂਡ ਬੈਕ ਲਾਈਟ ਸੈਪਰੇਟ ਦਿੱਤੀ ਹੋਈ ਹੈ ਇਹਦੇ ਵਿੱਚ। ਅੱਛਾ, ਐਵਰੇਜ ਦੀ ਗੱਲ ਕਰੀਏ ਕਿੰਨੀ ਕੁ ਐਵਰੇਜ ਦਿੰਦੀ ਹੈ ਇਹ 20+ ਦੇ ਦਿੰਦੀ ਹੈ ਵੀਰ ਜੀ। ਅਗਰ ਆਪਾਂ ਏਸੀ ਲਗਾਉਂਦੇ ਹਾਂ ਤਾਂ ਫਿਰ 20 ਦੇ ਦਿੰਦੀ ਆ, ਬਾਕੀ ਆਪਣੀ ਚਲਾਈ ਤੇ ਅਗਰ ਆਪਾਂ ਬਿਲਕੁਲ ਦੌੜਾਉਂਦੇ ਹਾਂ ਤਾਂ ਫਿਰ ਘੱਟ ਵੀ ਜਾਂਦੀ ਹੈ, 17-18 ਤੱਕ ਆ ਜਾਂਦੀ ਹੈ। ਇੱਕ ਆਪਾਂ ਨਾਰਮਲ ਡਰਾਈਵਰ ਦੀ ਤਰ੍ਹਾਂ 60-70 ਦੀ ਸਪੀਡ ਤੇ ਚੱਲੀਏ ਤੇ 20+ ਦੀ ਐਵਰੇਜ ਦੇ ਦਿੰਦੀ ਹੈ ਪੈਟਰੋਲ ਦੇ ਉੱਤੇ। ਕਿੰਨਾ ਖਰਚਾ ਲਾਇਆ ਹੋਊਗਾ ਇਹਦੇ ਉੱਤੇ? ਇਹਦੇ ਉੱਤੇ ਖਰਚੇ ਦੀ ਗੱਲ ਕਰੀਏ ਤਾਂ ਖਰਚਾ ਤਾਂ ਬਹੁਤ ਹੋ ਗਿਆ ਆ। ਜਿੱਦਾਂ ਤੁਸੀਂ ਦੇਖਿਆ ਅਲੋਏ ਵੀਲਸ ਆ, ਲੈਦਰ ਫਿਟਿੰਗ ਦਾ ਸਾਰਾ ਹੌਲੀ ਸੌਲੀ ਐਵਰੇਜ ਕੱਢੀਏ ਤਾਂ ਕਿੰਨੀ ਕੁ ਹੋਊਗੀ? ਐਵਰੇਜ 70 ਦਾ ਇੰਟੀਰੀਅਰ ਆ ਜੀ, 40 ਦਾ ਪੇਂਟ ਜੌਬ ਆ, ਕੁਛ 20 ਦੇ ਟਾਇਰ ਐਂਡ ਅਲੋਏ ਵੀਲਸ ਆ। ਸੋ ਲਾ ਕੇ ਚੱਲੀਏ 2 ਲੱਖ ਦੇ ਨੇੜੇ ਤੇੜੇ ਟੋਟਲ ਇਨ ਕਾਸਟਿੰਗ ਆ ਜਾਂਦੀ ਹੈ ਇਹਨੂੰ ਤਿਆਰ ਕਰਨ ਦੇ ਵਿੱਚ। ਕੀ ਬਾਤ ਹੈ। ਇੱਕ ਹੋਰ ਗੱਡੀ ਖੜੀ ਹੈ, ਇਹ ਮੈਨੂੰ ਲੱਗਦਾ ਇਹਨੂੰ ਦੇਖ ਕੇ ਵੀ ਲੋਕ ਤੁਹਾਨੂੰ ਰਾਹ ਰੋਕ ਕੇ ਫੋਟੋ ਵੀ ਖਿਚਵਾਉਂਦੇ ਹੋਣਗੇ, ਇਹਦੇ ਬਾਰੇ ਜ਼ਰੂਰ ਦੱਸੋ। ਜ਼ਿਆਦਾਤਰ ਅਸੀਂ ਜਦੋਂ ਲੌਂਗ ਰੂਟ ਤੇ ਜਾਣਾ ਹੋਵੇ ਜਾਂ ਕਿਤੇ ਵੀ ਫੈਮਿਲੀ ਨਾਲ ਜਾਣਾ ਹੋਵੇ, ਰੈਦਰ ਦੈਨ ਸਕੋਡਾ ਨੂੰ ਨਾ ਪ੍ਰੈਫਰ ਕਰਦੇ ਹੋਏ ਅਸੀਂ ਫੀਟ ਕੱਢ ਲਈਦੀ ਹੈ। ਕਾਰਨ ਉਹਦੇ 2 ਨੇ, ਇੱਕ ਤੇ ਵਿੰਟੇਜ ਹੈ, ਲੋਕਾਂ ਨੂੰ ਪਤਾ ਲੱਗਦਾ ਕਿ ਇਦਾਂ ਦੀਆਂ ਗੱਡੀਆਂ ਚੱਲਦੀਆਂ ਸੀਗੀਆਂ ਸੜਕ 'ਤੇ ਜਾਂ ਦੌੜਦੀਆਂ ਸੀ, ਜਿਹੜੀਆਂ ਅੱਜ ਵੀ ਚੱਲ ਰਹੀਆਂ ਨੇ। ਦੂਜਾ ਐਵਰੇਜ ਪੱਖੋਂ ਜਾਂ ਕਈ ਆਪਾਂ ਕੰਫਰਟ ਪੱਖੋਂ ਏਸੀ ਮਾਡਲ ਹੈ ਵੀ ਜੀ, ਤੇ ਡੀਜ਼ਲ ਇੰਜਨ ਹੈ, ਐਵਰੇਜ ਵਧੀਆ ਦੇ ਦਿੰਦੀ ਹੈ, ਤੇ ਏਸੀ ਦੀ ਕੂਲਿੰਗ ਵਗੈਰਾ ਵੀ ਹੈਗੀ। ਸੋ ਇਹਦੇ ਵਿੱਚ ਆ ਨਹੀਂ ਹੈਗਾ ਕਿ ਆਪਾਂ ਬੈਠੇ ਹਾਂ ਤੇ ਬਾਰੀਆਂ ਖੋਲ੍ਹਣੀਆਂ ਪੈ ਰਹੀਆਂ ਆ ਜਾਂ ਕਿਤੇ ਬਾਹਰ ਜਾਣ ਲਈ ਸਾਨੂੰ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ। ਸੋ ਉਹ ਚੀਜ਼ਾਂ ਦਾ ਕੰਫਰਟ ਵੀ ਹੈਗਾ, ਤੇ ਨਾਲ ਦੇ ਨਾਲ ਇੱਕ ਵਿੰਟੇਜ ਲੁੱਕ ਹੋਣ ਦੇ ਕਾਰਨ ਲੋਕ ਦੇਖਦੇ ਨੇ ਜਦੋਂ, ਤੇ ਸਾਨੂੰ ਉਦੋਂ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਹਾਂਜੀ ਸਾਡੀ ਕਾਰ ਨੂੰ ਦੇਖਦੇ ਪਏ, ਇੱਕ ਵੱਡੀ ਫੋਰਚੂਨਰ 'ਚ ਬੈਠਾ ਕੋਈ ਜਾਂ ਕੋਈ ਆਡੀ ਜਾਂ ਮਰਸੀਡੀਜ਼ 'ਚ ਬੈਠਾ, ਉਹ ਵੀ ਤੁਹਾਡੀ ਕਾਰ ਨੂੰ ਦੇਖ ਰਿਹਾ। ਅੱਛਾ ਭਾਈ, ਇਹਦਾ ਇੰਜਨ ਪੁਰਾਣਾ ਹੀ ਹੈ ਜਾਂ ਇਹਦੇ ਵਿੱਚ ਕੁਝ ਕੀਤਾ? ਇਹਦੇ ਵਿੱਚ ਓਰੀਜਨਲ ਇੰਜਨ ਡੀਜ਼ਲ ਦੇ ਨਾਲ ਆਈ ਸੀਗੀ, ਔਨ ਆਰਸੀ ਡੀਜ਼ਲ ਹੀ ਹੈਗੀ ਹੈ, ਬਟ ਜਿੱਦਾਂ ਕਹੀਏ ਕਿ ਚੱਲਣ ਦੇ ਟਾਈਮ ਦੇ ਦੌਰਾਨ ਕੁਝ ਪ੍ਰੋਬਲਮਸ ਆ ਜਾਂਦੀਆਂ ਇੰਜਨ ਦੀਆਂ, ਇੰਜਨ ਨੋਇਸ ਪ੍ਰੋਬਲਮ ਆ ਗਈ ਜਾਂ ਉਹਦੀ ਵਾਈਬ੍ਰੇਸ਼ਨ ਜ਼ਿਆਦਾ ਹੋ ਗਈ, ਜਾਂ ਕਹਿ ਲਈਏ ਆਪਾਂ ਲੌਂਗ ਰਨਿੰਗ ਦੇ ਵਿੱਚ ਸਲੋ ਦੌੜਦੇ ਨੇ ਪੁਰਾਣੇ ਇੰਜਨ। ਇਹਦੇ ਵਿੱਚ ਓਰੀਜਨਲ ਪੀਜੋ ਇੰਜਨ ਆਉਂਦਾ ਸੀਗਾ, ਜੀਪ ਨੂੰ ਮੈਨੂਫੈਕਚਰ ਹੁੰਦਾ ਸੀਗਾ, ਬਟ ਉਹ ਪਾਲ ਨੇ ਆਪਣਾ ਲੈ ਕੇ ਆਪਣੀ ਸਟੈਂਪਿੰਗ ਕਰਕੇ, ਤੇ ਪਾਲ ਸਟੈਂਪਿੰਗ ਆਉਂਦੀ ਹੈ ਓਰੀਜਨਲ ਡੀਜ਼ਲ ਇੰਜਨ ਦੇ ਵਿੱਚ, ਤੇ ਓਰੀਜਨਲ ਹੀ ਸੀਗਾ। ਉਹਨੂੰ ਹੁਣ ਰੀਸੈਂਟਲੀ ਅਸੀਂ ਅਪਗ੍ਰੇਡ ਕੀਤਾ ਟਰਬੋ ਇੰਜਨ ਦੇ ਨਾਲ। ਡੀ ਟਰਬੋ ਇੰਜਨ ਆਪਾਂ ਇਹਨੂੰ ਟਰਬੋ ਟੋਯੋਟਾ ਦਾ ਦਿੱਤਾ ਹੋਇਆ। ਸੋ ਉਹਦੇ ਨਾਲ ਹੁਣ ਕੀ ਹੋਇਆ, ਇੱਕ ਤੇ ਪਿਕਅਪ ਵੱਧ ਗਈ, ਐਵਰੇਜ ਵੀ ਵੱਧ ਗਈ, ਤੇ ਲੌਂਗ ਰਨਿੰਗ ਦੇ ਵਿੱਚ ਸਮੂਥ ਐਂਡ ਸਪੀਡ ਹੋ ਗਈ।
ਸੋ ਇਹ ਚੀਜ਼ਾਂ ਨੂੰ ਥੋੜਾ ਕੰਫਰਟ ਦੇ ਰਹੀ ਹੈ ਹੋਰ ਐਕਸਟਰਾ। ਮਕੈਨੀਕਲੀ ਗੱਲ ਕਰੀਏ ਤਾਂ ਮਕੈਨੀਕਲੀ ਕੀ ਡਿਫਰੈਂਸ ਹੈ ਇਹਦੇ ਵਿੱਚ, ਕਿਉਂਕਿ ਇਹਦਾ ਨਾਂ ਕੀ ਹੈ ਗੱਡੀ ਦਾ ਔਰ ਕਿੰਨਾ ਮਾਡਲ ਹੈ ਇਹ? ਇਹ ਫੀਐਟ ਪਦਮਨੀ ਹੈ ਜੀ, ਪਦਮਨੀ 93 ਮਾਡਲ ਆ ਜੀ। 93 ਦੀ ਮੈਨੂਫੈਕਚਰ ਆ ਤੇ 93 ਦੀ ਹੀ ਰਜਿਸਟਰਡ ਹੈਗੀ ਹੈ। ਉਹ ਬੇਸਿਕਲੀ ਸਾਡੀਆਂ ਚੱਲਦੀਆਂ ਸੀਗੀਆਂ ਬੰਬੇ ਸਾਈਡ ਜਾਂ ਬੰਬੇ ਦੇ ਫਿਲਮ ਸਟਾਰ ਜਦੋਂ ਨਵੀਆਂ ਆਈਆਂ ਸੀਗੀਆਂ ਫਿਲਮ ਸਟਾਰ ਇਹਨਾਂ ਨੂੰ ਲੈਂਦੇ ਹੁੰਦੇ ਸੀਗੇ। ਤੇ ਇਸ ਟਾਈਮ 'ਤੇ ਜੇ ਅੱਜ ਵੀ ਦੇਖੀਏ ਤਾਂ ਬੰਬੇ ਟੈਕਸੀ ਦੇ ਰੂਪ ਦੇ ਵਿੱਚ ਅੱਜ ਵੀ ਹੈਗੀਆਂ ਨੇ, ਉੱਥੇ ਹੈਗੀਆਂ ਨੇ, ਕਿਉਂਕਿ ਲੋਕ ਇਹਨੂੰ ਜ਼ਿਆਦਾ ਕਹਿ ਸਕਦੇ ਹਾਂ ਆਪਾਂ ਕਿ ਮਕੈਨੀਕਲੀ ਸਾਊਂਡ ਮੰਨਦੇ ਨੇ ਤੇ ਇਹਨਾਂ ਦੇ ਮੇਨਟੇਨੈਂਸ ਦਾ ਖਰਚਾ ਬਹੁਤ ਘੱਟ ਆ ਉਹਨਾਂ ਦੇ ਲਈ। ਉੱਥੇ ਜ਼ਿਆਦਾਤਰ ਪੈਟਰੋਲ ਚੱਲਦੀਆਂ ਨੇ, ਸੋ ਮੇਨਟੇਨੈਂਸ ਫ੍ਰੀ ਨੇ ਆਲਮੋਸਟ, ਸੋ ਇਸ ਕਰਕੇ ਉਹ ਪ੍ਰੈਫਰ ਕਰਦੇ ਨੇ। ਬਟ ਪੰਜਾਬ 'ਚ ਕਹੀਏ ਜਾਂ ਹੋਰ ਜਗ੍ਹਾਵਾਂ 'ਤੇ ਕਹੀਏ ਤਾਂ ਬਹੁਤ ਘੱਟ ਇਹ ਦੇਖੀਆਂ ਜਾਂਦੀਆਂ ਨੇ। ਤੇ ਡੀਜ਼ਲ ਮਾਡਲ ਤੇ ਬਿਲਕੁਲ ਹੀ ਰੇਅਰ ਹੈਗਾ। ਔਰ ਪਲੱਸ ਪੁਆਇੰਟ ਇਹਦਾ ਆ ਹੈਗਾ ਕਿ ਇਹ ਫਲੋਰ ਗੇਅਰ ਦੀ ਬਜਾਏ ਹੈਂਡ ਗੇਅਰ ਹੈ, ਸਟੀਅਰਿੰਗ ਦੇ ਥੱਲੇ ਇਹਦਾ ਮੈਂ ਗੇਅਰ। ਚਾਹੂੰਗਾ ਥੋੜਾ ਜਿਹਾ ਇੱਕ ਵਾਰ ਦਰਸ਼ਕਾਂ ਨੂੰ ਤੁਸੀਂ ਖੁਦ ਦਿਖਾ ਦਿਓ ਉਧਰਲੀ ਸਾਈਡ ਤੋਂ ਆ ਕੇ, ਤਾਂ ਮੈਂ ਕੈਮਰਾਮੈਨ ਨੂੰ ਵੀ ਕਹੂੰਗਾ ਕਿ ਇਹ ਜ਼ਰੂਰ ਦਿਖਾਉਣ ਵੀ ਕਿਵੇਂ ਇਹਦੇ ਗੇਅਰਸ ਕੰਮ ਕਰਦੇ ਨੇ। ਮੈਂ ਇਹਦੇ ਗੇਅਰ ਤਾਂ ਉਨੇ ਹੋਣਗੇ ਭਾਜੀ, 5 ਹੀ ਜਿਵੇਂ ਆਮ ਆਪਾਂ ਦੇਖਦੇ ਹਾਂ ਰਿਵਰਸ। 4 ਗੇਅਰ ਫਰੰਟ ਦੇ ਨੇ ਜੀ, 5ਵਾਂ ਗੇਅਰ ਰੇਅਰ ਦਾ ਹੈਗਾ ਜੀ। ਫਰੰਟ ਗੇਅਰ ਦੇ ਲਈ ਆਪਾਂ ਕੀ ਕਰਦੇ ਹਾਂ, ਇਹਨੂੰ ਲੀਵਰ ਨੂੰ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਇੱਕ ਵਾਰੀ ਦਿਖਾ ਦੇਣ ਵਰਕਿੰਗ। ਇਹ ਬਿਲਕੁਲ ਉੱਤੇ ਚੱਕਣਾ ਤੇ ਇਹਨੂੰ ਅੱਗੇ ਫਾਰਵਰਡ ਕਰ ਲੈਣਾ, ਫਸਟ ਗੇਅਰ ਪੈ ਜਾਂਦਾ ਹੈ। ਇਦਾਂ ਹੀ ਉੱਤੇ ਜਾ ਕੇ ਬੈਕ ਕਰੀਏ ਤੇ ਸੈਕੰਡ ਗੇਅਰ ਪੈ ਜਾਂਦਾ ਹੈ ਜੀ। ਜਦੋਂ ਆਪਾਂ ਥਰਡ ਗੇਅਰ ਦੀ ਗੱਲ ਕਰੀਏ, ਥੱਲੇ ਨੂੰ ਕਰਕੇ ਫਰੰਟ ਤੇ ਆ ਗਿਆ ਜੀ ਥਰਡ ਗੇਅਰ, ਥੱਲੇ ਨੂੰ ਕਰਕੇ ਪਿੱਛੇ ਕਰੀਏ ਜੀ ਆ ਗਿਆ ਆਪਣਾ ਫੋਰਥ ਗੇਅਰ। ਹੁਣ ਆਪਾਂ ਰਿਵਰਸ ਦੀ ਗੱਲ ਕਰੀਏ, ਰਿਵਰਸ ਬਿਲਕੁਲ ਲੀਵਰ ਥੱਲੇ ਦੱਬ ਲੈਣਾ, ਥੱਲੇ ਦੱਬ ਕੇ ਥੱਲੇ ਨੂੰ ਕਰ ਦੇਣਾ, ਦੈਟਸ ਰਿਵਰਸ ਗੇਅਰ। ਸੋ ਜੇ ਇੱਕ ਨਵੇਂ ਬੰਦੇ ਦੀ ਗੱਲ ਕਰੀਏ ਤੇ ਉਹਦੇ ਲਈ ਇੱਕ ਉਲਝਣ ਭਰਿਆ ਕੰਮ ਹੈ। ਤੇ ਉਹ ਪਹਿਲੀ ਗੱਲ ਤੇ ਫਲੋਰ ਦੇਖਦਾ ਤੇ ਫਲੋਰ ਤੇ ਕੁਝ ਹੈ ਨਹੀਂਗਾ, ਸਟੀਅਰਿੰਗ ਤੇ ਦੇਖ ਕੇ ਉਹਨੂੰ ਪਤਾ ਨਹੀਂ ਲੱਗਦਾ ਕਿ ਇਹ ਗੇਅਰ ਲੀਵਰ ਹੈ ਜਾਂ ਕੁਝ ਹੋਰ, ਜਿੱਦਾਂ ਵਾਈਪਰ ਵਾਸ਼ਰ ਲਈ ਜਾਂ ਹੈਡਲਾਈਟ ਲਈ ਲੀਵਰ ਦਿੱਤਾ ਹੋਇਆ ਕੁਝ ਉਹ ਹੈਗਾ। ਸੋ ਇੱਕ ਇਹਦਾ ਪਲੱਸ ਪੁਆਇੰਟ ਹੈਗਾ ਜਿਹਦੇ ਕਰਕੇ ਇੱਕ ਬੂਟ ਸਪੇਸ ਅੱਗੇ ਹੈਗੀ ਆਪਣੀ ਵੱਧ ਜਾਂਦੀ ਹੈ। ਇੱਥੇ ਅਸੀਂ ਪੈਰ ਰੱਖ ਲਈਏ, ਸਮਾਨ ਰੱਖ ਲਈਏ, ਕੁਝ ਵੀ ਰੱਖ ਲਈਏ। ਇਹਨਾਂ ਦੇ ਡੈਸ਼ਬੋਰਡ ਥੋੜੇ ਅੰਦਰ ਹੁੰਦੇ ਨੇ ਜਿਹਦੇ ਕਰਕੇ ਆਪਣੀ ਲੈਗ ਸਪੇਸ ਤੁਸੀਂ ਲੰਮੇ ਬਹਿ ਜਾਓ ਭਾਵੇਂ ਅੱਗੇ ਆਰਾਮ ਨਾਲ, ਕਾਫੀ ਖੁੱਲੀ ਡੁੱਲੀ ਸਪੇਸ ਹੈ। ਹੈਂਡ ਬ੍ਰੇਕ ਵੀ ਮੈਂ ਦੇਖ ਰਿਹਾ ਸਾਈਡ ਤੇ ਹੈ। ਹਾਂਜੀ, ਇਹਨਾਂ ਨੂੰ ਲੀਵਰਸ ਨੂੰ ਥੋੜਾ ਆਪਣੇ ਫਲੋਰ ਪੈਨਲ ਤੋਂ ਸਾਈਡ ਤੇ ਦਿੱਤਾ ਗਿਆ ਕਿਉਂਕਿ ਸੈਂਟਰ ਦੇ ਵਿੱਚ ਇਹਦਾ ਗੇਅਰ ਬਾਕਸ ਦੀ ਰਨਿੰਗ ਹੈਗੀ ਹੈ ਜੀ। ਗੇਅਰ ਬਾਕਸ ਦੀ ਰਨਿੰਗ ਦੇ ਲਈ ਉਹਨਾਂ ਨੇ ਫਲੋਰ ਉੱਤੇ ਚੱਕੀ ਹੋਈ ਤੇ ਸਾਈਡ ਤੇ ਇੱਕ ਬ੍ਰੇਕ ਲੀਵਰ ਦਿੱਤਾ ਹੋਇਆ। ਇਹ ਆਪ ਹੀ ਤਿਆਰ ਕੀਤੀ ਹੈ ਭਾਜੀ ਇਹ ਵੀ ਤੁਸੀਂ? ਹਾਂਜੀ, ਇਹ ਟੋਟਲੀ ਆਪ ਹੀ ਤਿਆਰ ਕੀਤੀ ਹੈ, ਬਾਡੀ ਵਰਕ ਤੋਂ ਲੈ ਕੇ ਤੇ ਆਪਣਾ ਪੇਂਟ ਵਰਕ ਸਾਰਾ ਕੰਮ। ਤਾਂ ਬਿਲਕੁਲ ਕੈਨੇਡਾ ਰਹਿੰਦੇ ਇਸ ਵੀਰ ਦੇ ਵੱਲੋਂ ਇਹ ਚੀਜ਼ਾਂ ਨੂੰ ਜਿੱਥੇ ਸੰਭਾਲ ਕੇ ਰੱਖਿਆ। ਭਾਜੀ ਇੱਕ ਚੀਜ਼ ਮੈਂ ਦੇਖ ਰਿਹਾ, ਤੁਸੀਂ ਰੋਡ ਤੇ ਵੀ ਇਹਨੂੰ ਲੈ ਕੇ ਜਾਂਦੇ ਹੋਵੋਗੇ ਕਿਤੇ ਰਿਸ਼ਤੇਦਾਰਾਂ ਦੇ ਜਾਣਾ ਜਾਂ ਕਿਤੇ ਟਰੈਵਲ ਕਰਨਾ ਇੱਕ ਤੋਂ ਦੂਜੀ ਜਗ੍ਹਾ ਤੇ, ਤਾਂ ਮੈਂ ਦੇਖ ਰਿਹਾ ਸ਼ੀਸ਼ੇ ਕਾਲੇ ਨੇ, ਫਿਰ ਪੁਲਿਸ ਰੋਕਦੀ ਨਹੀਂ ਤੁਹਾਨੂੰ? ਐਕਚੁਅਲੀ ਇਹ ਕੰਪਨੀ ਫਿਟਡ ਬਲੈਕ ਆਏ ਸੀਗੇ ਉਦੋਂ, ਟੈਂਟਡ ਗ੍ਰੀਨ 'ਚ ਆਉਂਦੇ ਸੀਗੇ ਜਾਂ ਟੈਂਟਡ ਬਲੈਕ ਦੇ ਵਿੱਚ ਆਉਂਦੇ ਸੀਗੇ। ਕੋਈ ਵੀ ਕੰਪਨੀ ਫਿਟਡ ਗਲਾਸ ਹੈਗਾ ਆ, ਕੰਪਨੀ ਵੱਲੋਂ ਫਿਟ ਆਇਆ ਹੋਇਆ, ਉਹਨੂੰ ਅਥਾਰਟੀ ਹੁੰਦੀ ਹੈ, ਕੰਪਨੀ ਪਹਿਲਾਂ ਹੀ ਅਥਾਰਟੀਜ਼ ਲੈ ਕੇ ਰੱਖਦੀ ਹੈ ਕਿ ਅਸੀਂ ਮੈਨੂਫੈਕਚਰਿੰਗ ਦੇ ਵਿੱਚ ਆਹ ਕਰਨਾ ਤਾਂ ਰੋਡ ਲੀਗਲ ਹੋਏਗੀ। ਸੋ ਇਹ ਕੰਪਨੀ ਵੱਲੋਂ ਆਥੋਰਾਈਜੇਸ਼ਨ ਲਈ ਗਈ ਸੀ ਇਸ ਗੱਡੀ ਦੇ ਲਈ, ਕਿਉਂਕਿ ਜ਼ਿਆਦਾਤਰ ਇੱਥੇ ਪੰਜਾਬ ਦੇ ਵਿੱਚ ਐਂਬੈਸਡਰ ਐਂਡ ਫੀਟ VIP ਕਲਚਰ ਦੇ ਵਿੱਚ ਮਸ਼ਹੂਰ ਸੀਗੀਆਂ। ਸੋ ਉਸ ਸਮੇਂ ਦੇ ਉੱਤੇ ਸਾਰੇ ਗਲਾਸ ਹੈਗੇ ਇਹਦੇ ਬਲੈਕ ਟੈਂਟ ਦੇ ਵਿੱਚ ਹੈਗੇ ਨੇ, ਆਰਸੀ ਦੇ ਉੱਤੇ ਚੜੇ ਨੇ। ਹਾਂਜੀ, ਆਥੋਰਾਈਜ਼ਡ ਨੇ, ਕੋਈ ਰੋਕਦਾ ਨਹੀਂ। ਅਗਰ ਕੋਈ ਰੋਕਦਾ ਹੈ ਤਾਂ ਤੁਸੀਂ ਉਹਨੂੰ ਸਿੰਪਲ ਪੰਜਾਬ ਪੁਲਿਸ ਰੋਕਦੀ ਕਦੀ? ਰੋਕ ਲੈਂਦੀ ਹੈ, ਕਈ ਵਾਰੀ ਕਹਿੰਦੀ ਕਾਲੇ ਸ਼ੀਸ਼ੇ ਕਰਾਏ ਹੋਏ ਸਾਰੇ, ਕਿ ਕਹਿੰਦੇ ਦਿਖਾਓ। ਜੇ ਅਸੀਂ ਕਹੀਦਾ ਭਾਈ ਜੀ ਅਗਰ ਕਾਲੇ ਸ਼ੀਸ਼ੇ ਲੱਗੇ ਤਾਂ ਫਿਲਮ ਲਾ ਕੇ ਦੇਖ ਲਓ। ਉਹ ਆਪਣੇ ਨੇਲਸ ਵਗੈਰਾ ਨਾਲ ਫਿਲਮ ਲਾਉਣ ਦੀ ਕੋਸ਼ਿਸ਼ ਕਰਦੇ ਨੇ, ਗਲਾਸ ਐਕਚੁਅਲ ਦੇ ਵਿੱਚ ਬਲੈਕ ਨੇ ਤੇ ਲੱਥਦੀ ਨਹੀਂ, ਤੇ ਫਿਰ ਉਹ ਕਹਿੰਦੇ ਨੇ ਠੀਕ ਹੈ ਓਕੇ ਅਸੀਂ ਫਿਰ ਜਾਣ ਦਿੰਦੇ ਚਲਾਨ ਨਹੀਂ ਜੀ। ਬਿਲਕੁਲ, ਕਿਉਂਕਿ ਜਿਹੜੀ ਕੰਪਨੀ ਵੱਲੋਂ ਰਜਿਸਟਰਡ ਚੀਜ਼ ਆ ਉਹਦੇ ਲਈ ਕੋਈ ਆਪਾਂ ਨੂੰ ਅਥਾਰਟੀ ਜਾਂ ਕੁਝ ਨਹੀਂ ਲੈਣਾ ਪੈਂਦਾ, ਉਹ ਕੰਪਨੀ ਹੀ ਅਥਾਰਟੀਜ਼ ਲੈ ਕੇ ਰੱਖਦੀਆਂ ਨੇ ਉਹਦੇ ਲਈ। ਇਹਦਾ ਨੰਬਰ ਭਾਈ ਤੁਸੀਂ ਆਪ ਲਿਆ ਜਾਂ ਪਹਿਲਾਂ ਦਾ ਹੀ ਇਹ ਚੱਲ ਰਿਹਾ? ਇਹ ਓਰੀਜਨਲ ਨੰਬਰ ਆ ਜੀ, ਨੰਬਰ ਦੇ ਕਰਕੇ ਹੀ ਇਹਦਾ ਕੁਝ ਜ਼ਿਆਦਾ ਮੈਨੂੰ ਕ੍ਰੇਜ਼ ਸੀਗਾ, ਤੇ ਇੱਕ ਡੀਜ਼ਲ ਮਾਡਲ ਕਰਕੇ ਕਿ ਨੰਬਰ VIP ਸੀ, ਜਲੰਧਰ ਲੋਕਲ ਨੰਬਰ ਸੀਗਾ। ਸੋ ਨੰਬਰ ਨਾਲ ਹੀ ਆਇਆ RC ਦੇ ਨਾਲ ਅਪਡੇਟ ਹੋ ਕੇ। ਅੱਛਾ, ਇੱਕ ਚੇਤਕ ਵੀ ਖੜਾ ਇੱਧਰਲੀ ਸਾਈਡ, ਇਹਦੇ ਬਾਰੇ ਥੋੜਾ ਜਿਹਾ ਦੱਸੋ, ਕਿੰਨਾ ਮਾਡਲ ਹੈ ਔਰ ਕਿਹਨਾਂ ਨੇ ਖਰੀਦਿਆ ਸੀ ਇਹ? ਇਹ ਐਕਚੁਅਲੀ 86 ਮਾਡਲ ਹੈ ਜੀ, ਅਕੋਰਡਿੰਗ ਟੂ ਨੰਬਰ ਵੀ 86 ਹੀ ਜਾਂਦਾ ਹੈ, 4186 ਹੈ ਜੀ। ਇਹ ਵੀ ਜਲੰਧਰ ਰਜਿਸਟਰਡ ਹੈਗਾ ਆ, ਤੇ ਡੈਡ ਨੇ ਖਰੀਦਿਆ ਸੀਗਾ। ਡੈਡ ਆਰਮੀ 'ਚ ਸੀਗੇ ਤੇ ਆਲਮੋਸਟ 2 ਸਾਲ ਬਾਅਦ ਉਹਨਾਂ ਨੇ ਕੁਝ 50 ਪੈਸੇ ਦੀ ਸਾਈ ਤੇ ਖਰੀਦਿਆ ਸੀਗਾ। ਅਗਰ ਮੈਂ ਗੱਲ ਕਰਾਂ ਤਾਂ ਤੁਸੀਂ ਡੈਡ ਤੋਂ ਇਹਦੇ ਬਾਰੇ ਜ਼ਿਆਦਾ ਜਾਣਕਾਰੀ ਲੈ ਸਕਦੇ ਹੋ। ਅੱਛਾ, ਇਹ 50 ਪੈਸੇ 'ਚ ਖਰੀਦਿਆ ਸੀ? 50 ਪੈਸੇ ਦੀ ਸਾਈ ਦੇ ਕੇ ਖਰੀਦਿਆ ਗਿਆ ਸੀਗਾ, ਤੇ ਉਹਨਾਂ ਨੂੰ ਇਹਦੇ ਬਾਰੇ ਕੁਝ ਜ਼ਿਆਦਾ ਪਤਾ ਹੈ। ਬਟ ਅਸੀਂ ਇਹਨੂੰ ਰੀਸਟੋਰ ਕਰਕੇ ਰੱਖੀਦਾ ਆ ਕਿ ਜਦੋਂ ਵੀ ਟਾਈਮ ਮਿਲਦਾ ਅਸੀਂ ਥੋੜਾ ਇਹਨੂੰ ਪੇਂਟ ਵਰਕ ਜਾਂ ਮਕੈਨੀਕਲੀ ਸਾਊਂਡ ਕਰਕੇ ਰੱਖੀਦਾ, ਕਿਉਂਕਿ ਡੇਲੀ ਡਰਿਵਨ ਦੇ ਵਿੱਚ ਡੈਡ ਗੱਡੀਆਂ ਦੀ ਬਜਾਏ ਇਹਨੂੰ ਪ੍ਰੈਫਰ ਕਰਦੇ ਨੇ। ਅਸੀਂ ਕਿਤੇ ਵੀ ਲੋਕਲ ਜਾਣਾ, ਕੈਂਟ ਜਾਣਾ, ਰਾਮ ਮੰਡੀ ਜਾਣਾ, ਕਿਤੇ ਵੀ ਜਾਣਾ, ਸੋ ਇਹਨੂੰ ਕੱਢ ਲੈਂਦੇ ਨੇ। ਅੱਜ ਵੀ ਪ੍ਰੋਪਰ ਵਰਕਿੰਗ? ਅੱਜ ਵੀ ਪ੍ਰੋਪਰ ਅਸੀਂ ਤੁਹਾਡੇ ਸਾਹਮਣੇ ਇੱਥੇ ਹੀ ਆਏ ਆ, ਤੇ ਇਹਨੂੰ ਹੀ ਲੈ ਕੇ ਜਾਈਦਾ ਲੋਕਲ ਕੰਮਾਂ ਦੇ ਲਈ। ਅੱਛਾ ਭਾਈ, ਵਿੰਟੇਜ ਦੇ ਬਾਰੇ ਇੱਕ ਗੱਲ ਮੇਰੇ ਦਿਮਾਗ 'ਚ ਆਈ ਹੈ, ਤੁਸੀਂ ਕਹਿ ਰਹੇ ਸੀਗੇ ਵੀ ਕਿ ਪੰਜਾਬ ਦੇ MLA ਸੀਗੇ, ਉਹਨਾਂ ਨੇ ਵੀ ਪਹੁੰਚ ਕੀਤੀ ਵੀ ਸਾਨੂੰ ਦੇ ਦਿਓ ਇਹ। ਇਹ ਹੁਸ਼ਿਆਰਪੁਰ ਤੋਂ ਕੋਈ ਸੀਗਾ ਮੁੰਡਾ ਸੀਗਾ,
ਤੇ ਉਹ ਕਹਿੰਦੇ ਸੀਗੇ ਕਿ ਅਸੀਂ ਇੱਕ ਬਲੈਕ ਟਿੰਟਡ ਸ਼ੀਸ਼ੇ ਹੋਣ ਦੇ ਕਾਰਨ ਜਾਂ ਵੀਆਈਪੀ ਨੰਬਰ ਦੇ ਕਾਰਨ ਅੱਜ ਕੱਲ੍ਹ ਦੇ ਮੁੰਡਿਆਂ ਨੂੰ ਯੰਗਸਟਰ ਨੂੰ ਕਰੇਜ਼ ਹੁੰਦਾ ਕਿ ਮੈਂ ਆਹ ਚੀਜ਼ ਲੈਣੀ ਹੈ ਜਾਂ ਅਲੱਗ ਤੋਂ ਚੀਜ਼ ਲੈਣੀ ਹੈ। ਸੋ ਉਹਨਾਂ ਨੇ ਬਹੁਤ ਅਪੀਲ ਕੀਤੀ, ਉਹਨਾਂ ਨੇ ਮੇਰੀ ਡਿਮਾਂਡ ਤੋਂ ਉੱਤੇ ਵੀ ਰੇਟ ਭਰਨ ਦੀ ਕੋਸ਼ਿਸ਼ ਕੀਤੀ, ਬਟ ਇੱਕ ਯਾਦ ਜੁੜੀ ਹੋਣ ਦੇ ਨਾਲ ਜਾਂ ਇੱਕ ਚੀਜ਼ ਆਪਣੇ ਮਨ ਨੂੰ ਲੱਗੀ ਹੋਣ ਦੇ ਕਾਰਨ ਅਸੀਂ ਨਹੀਂ ਸੈਲ ਆਊਟ ਕੀਤੀ। ਕਿੰਨੇ ਕੁ ਫਿਰ ਪੈਸੇ ਦਿੰਦੇ ਸੀਗੇ ਇਹਦੇ ਐਮਐਲਏ ਸਾਹਿਬ? ਪੈਸੇ ਤੇ ਚੀਜ਼ਾਂ ਕਹੀਏ ਵਿੰਟੇਜ ਕਾਰਾਂ ਅਨਮੋਲ ਹੁੰਦੀਆਂ ਨੇ, ਪਰ ਜੇ ਆਪਾਂ ਉਹਨਾਂ ਨੇ ਮੈਨੂੰ ਮੈਕਸਿਮਮ 380 ਤੱਕ ਆਫਰ ਕਰ ਦਿੱਤਾ ਹੋਇਆ ਸੀਗਾ, ਬਟ ਅਸੀਂ ਨਹੀਂ ਅਸੈਪਟ ਕੀਤਾ ਕਿ ਅਸੀਂ ਨਹੀਂ ਦੇਣੀ ਹੈਗੀ ਇਸ ਚੀਜ਼। 3,80,000 ਦਾ ਕੀਮਤ ਲਾਜ਼ਮੀ ਭਰ ਦਿੱਤੀ ਨਹੀਂ ਹੈ ਨਾ। ਅੱਛਾ, ਥੋੜੇ ਜਿਹੇ ਰੇਡੀਓਜ਼ ਵੀ ਉਧਰ ਪਏ ਨੇ, ਮੈਂ ਕੈਮਰਾਮੈਨ ਨੂੰ ਕਹੂੰਗਾ ਉਹ ਵੀ ਦਿਖਾ ਦਿਓ। ਇਹਨਾਂ ਦੇ ਨਾਲ ਵੀ ਬਹੁਤ ਜਿਹੜਾ ਉਹ ਚੀਜ਼ਾਂ ਜਾਂ ਇਤਿਹਾਸ ਕਹਿ ਸਕਦੇ ਹਾਂ ਆਪਾਂ ਜੁੜਿਆ ਹੋਇਆ। ਦੂਰਬੀਨ ਦੇ ਬਾਰੇ ਭਾਈ ਦੱਸਿਓ ਕੀ ਹੈ, ਕਦੋਂ ਦੀ ਹੈ ਇਹ? 1913 ਜਾਂ 14 ਮਾਡਲ ਹੈਗਾ ਜੀ। ਟੋਟਲ ਪਿੱਤਲ ਮੇਡ ਆ ਤੇ ਉਸੇ ਟਾਈਮ ਦਾ ਹੀ ਇਹ ਇਦਾਂ ਦਾ ਪਿੱਤਲ ਹੈਗਾ, ਸ਼ਾਈਨਿੰਗ ਦੇ ਵਿੱਚ ਅੱਜ ਵੀ ਵਰਕਿੰਗ ਕੰਡੀਸ਼ਨ ਦੇ ਵਿੱਚ ਹੈਗਾ। ਅਗਰ ਆਪਾਂ ਇਹਨੂੰ ਦੇਖਣਾ ਚਾਹੀਏ ਤੇ ਅੱਗੇ ਹੈਗੇ ਆ ਜੀ ਸਨਲਾਈਟ ਕਵਰਸ ਹੈਗੇ ਨੇ, ਅਗਰ ਤੁਹਾਡੇ ਸ਼ੈਡੋ ਪੈਂਦੀ ਪਈ ਤੇ ਉਹਨੂੰ ਕਵਰ ਕਰ ਸਕਦੇ ਆ। ਜ਼ੂਮ ਇਨ ਜ਼ੂਮ ਆਊਟ ਕਰਨ ਲਈ ਆਪਾਂ ਦੂਰ ਦੀ ਚੀਜ਼ ਨੂੰ ਨੇੜੇ ਦੇਖਣਾ ਜਾਂ ਦੂਰ ਚੀਜ਼ ਬਲਰ ਦਿਖ ਰਹੀ ਉਹਨੂੰ ਨੇੜੇ ਦੇਖਣਾ, ਇਦਾਂ ਜ਼ੂਮ ਇਨ ਜ਼ੂਮ ਆਊਟ ਕਰਕੇ ਇਹਨੂੰ ਦੇਖ ਸਕਦੇ ਹੈਗੇ ਆ। ਸੇ ਉੱਦਾਂ ਦੀ ਉੱਦਾਂ ਹੀ ਨਵੀਂ ਦੀ ਨਵੀਂ ਪਈ ਹੋਈ ਹੈ, ਅੱਜ ਵੀ ਕੰਮ ਕਰਦੀ। ਬਿਲਕੁਲ ਜੀ, ਇਹ ਡੈਡ ਦੇ ਨਾਨਾ ਜੀ ਦੀ ਸੰਭਾਲ ਹੈਗੀ ਹੈ ਤੇ ਅੱਗੇ ਤੋਂ ਅੱਗੇ ਵਿਰਾਸਤ ਦੇ ਵਿੱਚ ਸਾਂਭੀ ਜਾਂਦੀ ਪਈ ਹੈ। ਇਹ 1900 ਕਿੰਨੇ ਮਾਡਲ ਹੈਗੀ ਹੈ, ਕਦੋਂ ਦਾ ਬਣੀ ਹੈ? 1913 ਜਾਂ 14 ਮਾਡਲ, ਮੈਨੂੰ ਐਗਜ਼ੈਕਟ ਕਿਉਂਕਿ ਇਹਦੇ ਉੱਤੇ ਸਟੈਂਪਿੰਗ ਨਹੀਂ ਆਉਂਦੀ ਹੈਗੀ। ਸੋ 1913 ਜਾਂ 14 ਮਾਡਲ ਹੈਗੀ ਹੈ। ਸੋ ਡੈਡ ਦੇ ਨਾਨਾ ਜੀ ਹੈ, ਉਹਨਾਂ ਨੇ ਸਾਂਭ ਕੇ ਰੱਖੀ ਹੋਈ ਹੈ ਜੀ। ਤਾਂ ਇਹ ਅੱਜ ਵੀ ਇਹਦੀ ਚਮਕ ਦਮਕ ਤੋਂ ਅੰਦਾਜ਼ਾ ਲਗਾ ਸਕਦੇ ਹੋ ਵੀ ਇਹ ਚੀਜ਼ਾਂ ਕਿੰਨੀਆਂ ਅਨਮੋਲ ਨੇ ਔਰ ਕਿੰਨੀ ਸਾਂਭ ਸੰਭਾਲ ਦੇ ਨਾਲ ਰੱਖੀਆਂ ਹੋਈਆਂ ਨੇ। ਰੇਡੀਓ ਹੈ ਔਰ ਇਹਦੇ ਨਾਲ ਇੱਕ ਲਾਇਸੈਂਸ ਵੀ ਹੈ, ਇਹਦੇ ਬਾਰੇ ਜ਼ਰੂਰ ਦੱਸੋ। ਇਹ ਰੇਡੀਓ ਕਦੋਂ ਦਾ ਹੈ ਔਰ ਇਹ ਕਾਪੀ ਕਿਉਂ ਹੈ ਇਹਦੇ ਨਾਲ? ਇਹ ਰੇਡੀਓ ਹੈਗਾ ਜੀ ਆਪਣਾ ਕੁਛ 1913 ਜਾਂ 14 ਮਾਡਲ ਹੈਗਾ ਆ, ਅੰਗਰੇਜ਼ਾਂ ਦੇ ਜ਼ਮਾਨੇ ਦਾ ਹੈ। ਇਹ ਵੀ ਨਾਨਾ ਜੀ ਨੇ ਲਿਆ ਸੀਗਾ ਤੇ ਉਸ ਟਾਈਮ ਤੇ ਅੰਗਰੇਜ਼ਾਂ ਨੂੰ ਕਹਿ ਲਓ ਕਿ ਵੱਡੇ ਸ਼ੌਂਕ ਹੁੰਦੇ ਸੀ, ਵੱਡੀਆਂ ਗੱਡੀਆਂ ਰੱਖਣੀਆਂ ਜਾਂ ਇੱਦਾਂ ਦੀਆਂ ਚੀਜ਼ਾਂ ਰੱਖਣੀਆਂ। ਸੋ ਆਮ ਬੰਦੇ ਲਈ ਉਹ ਪ੍ਰੈਫਰ ਨਹੀਂ ਕਰਦੇ ਸੀ। ਜੇ ਆਮ ਬੰਦੇ ਨੇ ਖਰੀਦਣਾ ਹੁੰਦਾ ਸੀਗਾ, ਉਹਨਾਂ ਨੂੰ ਸਰਕਾਰ ਨੂੰ, ਅੰਗਰੇਜ਼ਾਂ ਦੀ ਸਰਕਾਰ ਨੂੰ ਟੈਕਸ ਪੇ ਕਰਨਾ ਹੁੰਦਾ ਸੀਗਾ, ਜਾਂ ਉਸ ਸਮੇਂ ਦੀ ਕਹਿ ਲਓ ਕਿ ਸ਼ੌਂਕ ਦੇ ਲਈ ਰੱਖਣ ਲਈ ਉਹਨਾਂ ਨੂੰ ਪੈਸੇ ਦੇਣੇ ਪੈਂਦੇ ਸੀ ਇਸ ਚੀਜ਼ ਨੂੰ। ਸਾਈਕਲ ਦਾ ਲਾਇਸੈਂਸ ਹੁੰਦਾ ਸੀਗਾ, ਰੇਡੀਓ ਦਾ ਲਾਇਸੈਂਸ ਹੁੰਦਾ ਸੀਗਾ, ਬਾਅਦ 'ਚ ਜਿੱਦਾਂ ਟੀਵੀ ਆਏ, ਟੀਵੀ ਰੱਖਣਾ, ਇੱਕ ਪੂਰੇ ਪਿੰਡ ਦੇ ਵਿੱਚ ਇੱਕੋ ਟੀਵੀ ਹੋਣਾ ਤੇ ਸਾਰੇ ਲੋਕਾਂ ਨੇ ਉੱਥੇ ਜਾ ਕੇ ਬਹਿਣਾ, ਕਿਉਂਕਿ ਮਹਿੰਗੀਆਂ ਚੀਜ਼ਾਂ ਸੀਗੀਆਂ ਉਸ ਟਾਈਮ ਤੇ, ਕੋਈ ਖਰੀਦਦਾ ਸੀਗਾ। ਸੋ ਇਹ ਲਾਇਸੈਂਸ ਬਣਦਾ ਸੀਗਾ। ਅੱਛਾ, ਇਹ ਰੇਡੀਓ ਸੁਣਨ ਵਾਸਤੇ ਹੀ ਲਾਇਸੈਂਸ ਹੈ ਜਾਂ ਖਰੀਦਣ ਵਾਸਤੇ ਹੀ ਲਾਇਸੈਂਸ ਹੈ? ਹਾਂਜੀ, ਸੁਣਨ ਵਾਸਤੇ ਹਰ ਸਾਲ ਤੁਹਾਨੂੰ ਅਪਡੇਟ ਕਰਾਉਣਾ ਪੈਂਦਾ ਸੀ ਇਸ ਰੇਡੀਓ ਨੂੰ। ਇਹ ਨਾਨਾ ਜੀ ਦੇ ਨਾਮ ਤੇ ਹੈ ਜੀ, ਸਰਦਾਰ ਫੌਜਾ ਸਿੰਘ ਜੀ, ਫੁਗਲਾਣਾ ਵਿਲੇਜ। ਤੇ ਇਹ ਸੈਲਫ ਅਸੈਂਬਲ ਹੈਗਾ ਰਾਜਪੁਰ ਭਾਈਆਂ, ਇਹ ਇਧਰ ਫੁਗਲਾਣਾ ਹੁਸ਼ਿਆਰਪੁਰ ਰੋਡ ਤੇ ਪਿੰਡ ਪੈਂਦਾ ਹੈਗਾ, ਉਧਰ ਹੈ ਜੀ। ਸੋ ਇਹ ਹਰ ਸਾਲ ਇਹਦੇ 'ਤੇ ਟਿਕਟ ਲੱਗਦੀ ਸੀਗੀ ਡਾਕਖਾਨੇ ਤੋਂ, ਉਹ ਇਹਨੂੰ ਪੂਰਾ ਸਟੈਂਪ ਕਰਕੇ ਵੈਲਿਡ ਕਰਕੇ ਦਿੰਦੇ ਸੀਗੇ ਕਿ ਹਾਂਜੀ ਤੁਸੀਂ ਹੁਣ ਸੁਣ ਸਕਦੇ ਹੋ ਆਕਾਸ਼ਵਾਣੀ ਜਾਂ ਜੋ ਵੀ ਉਸ ਸਮੇਂ ਦੇ ਪ੍ਰਸਾਰਣ ਹੁੰਦੇ ਸੀਗੇ। ਅੱਛਾ, ਬਿਲਕੁਲ ਜੀ, ਬਿਲਕੁਲ। ਇਹ ਮਤਲਬ ਇੱਕ ਹਿਸਾਬ ਦਾ ਰੀਚਾਰਜ ਹੀ ਹੋ ਗਿਆ, ਜਿਹੜਾ ਅੱਜ ਦੇ ਜ਼ਮਾਨੇ ਦੇ ਵਿੱਚ ਆਪਾਂ ਰੀਚਾਰਜ ਕਹਿ ਲਈਏ। ਦਾ ਰੀਚਾਰਜ ਕਹਿ ਸਕਦੇ ਹਾਂ ਆਪਾਂ ਕਿ ਅਗਰ ਆਪਾਂ ਕਿਸੇ ਚੀਜ਼ ਨੂੰ ਸੁਣਨਾ ਜਾਂ ਦੇਖਣਾ ਹੈ ਉਸ ਸਮੇਂ ਦੇ ਉਹਦੇ ਲਈ ਪੈਸੇ ਭਰਨੇ ਪੈਂਦੇ ਸੀ ਸਾਨੂੰ। ਅੱਜ ਤੇ ਰੇਡੀਓ ਅੱਜ ਕੱਲ੍ਹ ਕੋਈ ਸੁਣਦਾ ਨਹੀਂ, ਪਰ ਨਵੇਂ ਚੈਨਲ ਅਪਡੇਟ ਹੋਣ ਦੇ ਕਾਰਨ ਗੱਡੀਆਂ 'ਚ ਬਹੁਤ ਲੋਕ ਅੱਜ ਕੱਲ੍ਹ ਪ੍ਰੈਫਰ ਕਰਦੇ ਨੇ, ਬਟ ਘਰਾਂ 'ਚ ਕਿਸੇ ਨੇ ਨਹੀਂ ਰੱਖਿਆ ਹੋਇਆ। ਸੋ ਇਹ ਪੁਰਾਣੇ ਜ਼ਮਾਨੇ ਦਾ ਇੰਗਲੈਂਡ ਮੇਡ ਹੈਗਾ ਆ ਜੀ। ਤੇ ਇੰਗਲੈਂਡ ਤੋਂ ਹੀ ਸਾਰਾ ਇਹਦਾ ਸਮਾਨ ਹੁੰਦਾ ਸੀ ਤੇ ਅਸੈਂਬਲ ਇੰਡੀਆ ਦੇ ਵਿੱਚ ਹੁੰਦਾ ਸੀਗਾ, ਕਿਉਂਕਿ ਗੋਰਿਆਂ ਨੇ ਆਪਣੇ ਨਾਲ ਹੀ ਚੀਜ਼ਾਂ ਲਿਆਂਦੀਆਂ ਸੀਗੀਆਂ ਤੇ ਇੱਥੇ ਉਹ ਵੇਚਦੇ ਸੀਗੇ, ਉਹਨਾਂ ਨੂੰ ਅਸੈਂਬਲ ਹੁੰਦੀਆਂ ਸੀਗੀਆਂ, ਆਪਣੇ ਬੰਦੇ ਇੱਥੇ ਅਸੈਂਬਲ ਕਰਦੇ ਸੀ ਫਿਰ ਅੱਗੇ ਵੇਚਦੇ ਸੀਗੇ। ਤਾਂ ਆ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਇਹਦੇ ਉੱਤੇ ਕੀਮਤ ਵੀ ਟਿਕਟਾਂ ਦੇ ਉੱਤੇ ਲਿਖੀ ਹੋਈ ਹੈ, 15 ਰੁਪਏ ਕਿਸੇ ਟਿਕਟ ਦੀ ਕੀਮਤ ਹੈ, ਕਿਸੇ ਦੀ 2 ਰੁਪਏ ਹੈ ਟਿਕਟ ਦੀ ਕੀਮਤ। ਤਾਂ ਇਹ ਵੀ ਭਾਜੀ ਆਪਣੇ ਆਪ ਦੇ ਵਿੱਚ ਬਹੁਤ ਸਾਂਭਣ ਵਾਲੀਆਂ ਚੀਜ਼ਾਂ ਨੇ, ਜਿਹੜੀਆਂ ਟਿਕਟਸ ਪੁਰਾਣੀਆਂ ਨੇ ਉਸ ਸਮੇਂ ਟਿਕਟਸ ਨੇ ਜੀ। ਇਹ ਪੁਰਾਣੀਆਂ ਟਿਕਟਾਂ ਕਹਿ ਸਕਦੇ ਹਾਂ ਆਪਾਂ ਨੂੰ, ਵਿੰਟੇਜ। ਇਹਨਾਂ ਦੀ ਵਿੰਟੇਜ ਕਲੈਕਸ਼ਨ ਦੇ ਵਿੱਚ ਅੱਜ ਵੀ ਡਿਮਾਂਡ ਹੈਗੀ, ਲੋਕ ਡਿਮਾਂਡ ਕਰਦੇ ਨੇ ਪੁਰਾਣੀਆਂ ਟਿਕਟਾਂ, ਪੁਰਾਣੇ ਕੋਇਨਸ ਜਾਂ ਪੁਰਾਣੇ ਨੋਟ ਦੀ ਆਪਾਂ ਜੇ ਗੱਲ ਕਰੀਏ, ਪੁਰਾਣੀ ਕਰੰਸੀ ਕਿਸੇ ਦੀ ਵੀ ਗੱਲ ਕਰੀਏ। ਸੋ ਇਹਨਾਂ ਦੀ ਕੀਮਤ ਵੀ ਅੱਜ ਕੱਲ੍ਹ ਕਹਿ ਦਈਏ ਤੇ ਅਨਮੋਲ ਕਹਿ ਸਕਦੇ ਹਾਂ, ਜਾਂ ਕਹਿ ਸਕਦੇ ਹਾਂ ਕੁਛ ਇੱਕ ਟਿਕਟ ਦੀ ਕੀਮਤ ਕਈ ਵਾਰੀ 20,000 30,000 50,000 ਤੱਕ ਵੀ ਚਲੇ ਜਾਂਦੀ ਹੈ ਕਿ ਉਸ ਟਿਕਟ ਦੀ ਡਿਮਾਂਡ ਕਿੰਨੀ ਹੈ ਮਾਰਕੀਟ ਦੇ ਵਿੱਚ, ਜਾਂ ਵਿੰਟੇਜ ਕਲੈਕਟਰ ਆ ਜਿਹੜਾ ਉਹ ਕਿੰਨੇ ਪੈਸੇ ਭਰਨਾ ਚਾਹੁੰਦਾ ਹੈ। ਇਹ ਸ਼ੌਂਕ ਵਾਲੀਆਂ ਚੀਜ਼ਾਂ ਇਹਨੂੰ ਕਹਿ ਸਕਦੇ ਹਾਂ ਕਿ ਆਪਾਂ ਨਾਰਮਲ ਬੰਦਾ ਕਹਿੰਦਾ ਕੀ ਅਕਵਾਰਡ ਰੱਖਿਆ, ਬਟ ਜਿਹੜਾ ਇੱਕ ਸ਼ੌਕੀਨ ਹੈਗਾ ਉਹ ਕਹਿੰਦਾ ਜੀ ਮੈਂ ਇਹਦੇ ਲਈ ਲੱਖ ਵੀ ਭਰਨ ਨੂੰ ਤਿਆਰ ਹੈਗਾ ਤੇ ਮੈਂ ਲੈ ਜਾਵਾਂਗਾ। ਸ਼ੀਸ਼ਾ ਵੀ ਇੱਕ ਪਿਆ ਭਾਜੀ, ਇਹ ਕਦੋਂ ਦਾ ਸ਼ੀਸ਼ਾ ਔਰ ਕਿੱਥੇ ਦਾ ਹੈ? ਇਹ ਵੀ 1940s ਦਾ ਮਾਡਲ ਹੈਗਾ ਆ ਗਲਾਸ। ਇਹ ਮੇਡ ਇਨ ਬੈਲਜੀਅਮ ਹੈਗਾ ਜੀ। ਇਹ ਵੀ ਨਾਨਾ ਜੀ ਦਾ ਆ, ਕਾਫੀ ਹਾਵੀ ਹੈਗਾ। ਇਹਦਾ ਗਲਾਸ ਅੱਜ ਦੇ ਹਿਸਾਬ ਨਾਲ ਲਾਈਏ ਤੇ ਕਾਫੀ ਥਿਕ ਹੈਗਾ ਆ, ਆਲਮੋਸਟ 5 mm ਦਾ ਗਲਾਸ ਹੈਗਾ। ਤੇ ਵੁੱਡ ਆ ਜਿਹੜੀ ਉਹ ਵੀ ਬਹੁਤ ਹੈਵੀ ਹੈਗੀ, ਤੁਸੀਂ ਅਗਰ ਇਹਨੂੰ ਫੜ ਕੇ ਦੇਖੋਗੇ ਤੁਸੀਂ weight ਮਹਿਸੂਸ ਕਰੋਗੇ। ਲਗਭਗ ਮੈਨੂੰ ਲੱਗਦਾ 507 ਕਿਲੋ ਤਾਂ ਇਹਦਾ weight ਹੀ ਹੋਊਗਾ। ਬਿਲਕੁਲ ਜੀ, ਬਿਲਕੁਲ। ਸੋ ਇਹਦੇ ਓਰੀਜਨਲ ਸਟੈਂਪਿੰਗ ਦੇ ਨਾਲ ਆਉਂਦੇ ਸੀਗੇ ਮਿਰਰਸ।
ਉੱਥੇ ਮੇਡ ਇਨ ਬੈਲਜੀਅਮ ਦੇ ਨਾਲ ਹੀ ਆਏ ਨੇ। ਇਹ ਵੀ ਅੰਗਰੇਜ਼ਾਂ ਦੇ ਟਾਈਮ ਦਾ ਆ ਤੇ ਨਾਨਾ ਜੀ ਦੇ ਸੰਭਾਲ ਦਾ ਰੱਖਿਆ ਹੋਇਆ ਹੈ ਜੀ। ਆ ਮੇਡ ਇਨ ਬੈਲਜੀਅਮ ਦੀ ਉੱਤੇ ਸਟੈਂਪ ਆਉਂਦੀ ਤਾਂ ਹੈ। ਮੇਡ ਇਨ ਬੈਲਜੀਅਮ ਦੀ ਸਟੈਂਪ ਵੀ ਲੱਗੀ ਹੋਈ ਹੈ। ਤਾਂ ਅੰਦਾਜ਼ਾ ਲਗਾ ਸਕਦੇ ਹੋ ਵੀ ਕਿੰਨਾ ਇਹਨਾਂ ਪੁਰਾਤਨ ਚੀਜ਼ਾਂ ਦੇ ਨਾਲ, ਬਜ਼ੁਰਗਾਂ ਦੀਆਂ ਉਹਨਾਂ ਨਿਸ਼ਾਨੀਆਂ ਦੇ ਨਾਲ ਪਿਆਰ ਹੈ ਇਸ ਨੌਜਵਾਨ ਦਾ, ਜਿਹੜੀਆਂ ਅੱਜ ਵੀ ਸੰਭਾਲ ਕੇ ਰੱਖੀਆਂ ਹੋਈਆਂ ਨੇ। ਔਰ ਇਸ ਮਿਰਰ ਦੀ ਗੱਲ ਕਰੀਏ ਤਾਂ 5 ਤੋਂ 7 ਕਿਲੋ ਇਹਦਾ weight ਹੀ ਹੋਊਗਾ। ਤੇ ਕਲੈਰਿਟੀ ਵੀ ਆਪਣੇ ਆਪ ਦੇ ਵਿੱਚ ਅੱਜ ਵੀ ਕਈ ਸਾਲ ਪੁਰਾਣਾ ਹੈ, ਪਰ ਅੱਜ ਵੀ ਕਲੈਰਿਟੀ ਪੂਰੀ ਹੈ। ਕਿਉਂਕਿ ਜੇ ਆਪਾਂ ਘਰਾਂ ਦੇ ਵਿੱਚ ਸ਼ੀਸ਼ਿਆਂ ਦੀ ਗੱਲ ਕਰਦੇ ਹਾਂ ਤਾਂ 2 4 5 6 ਮਹੀਨੇ ਬਾਅਦ ਉਹਨਾਂ ਦਾ ਪਾਣੀ ਕਹਿੰਦੇ ਆ ਥੋੜ੍ਹਾ ਖਰਾਬ ਹੋ ਜਾਂਦਾ ਹੈ। ਤਾਂ ਇਹ ਰੇਡੀਓ ਦੇ ਵਿੱਚ ਇਹ ਟੇਪ ਰਿਕਾਰਡਰ ਵੀ ਲੱਗ ਰਿਹਾ ਇਹਦੇ ਨਾਲ ਹੀ। ਨਹੀਂ, ਇਹਦੇ ਵਿੱਚ ਟੋਟਲ ਰੇਡੀਓ ਹੀ ਹੈਗਾ ਆ। ਰੇਡੀਓਜ਼ ਨੂੰ ਚੈਨਲ ਸੈੱਟ ਕਰਨ ਲਈ ਤੁਸੀਂ ਉਹਨੂੰ ਸਾਈਡ ਤੋਂ ਸਕਰੋਲ ਬਾਰ ਤੋਂ ਵੀ ਸੈੱਟ ਕਰ ਸਕਦੇ ਹੋ। ਅਗਰ ਤੁਸੀਂ ਉੱਤੋਂ ਕਰਨੇ ਤਾਂ ਸਵਿਚਸ ਨਾਲ ਵੀ ਸੈੱਟ ਕਰ ਸਕਦੇ ਹੈਗੇ ਹੋ। ਇੱਕ ਰੇਡੀਓ ਵਿਦ ਐਂਟੀਨਾ ਆਉਂਦਾ ਸੀਗਾ, ਇਹਨਾਂ ਦੇ ਨਾਲ ਐਂਟੀਨਾ ਲੱਗਦਾ ਸੀ, ਇਹ ਵਿਦਆਊਟ ਐਂਟੀਨਾ ਸੀਗਾ। ਇਹਨੂੰ ਤੁਸੀਂ ਸਿਰਫ ਉੱਤੇ ਨੂੰ ਸ਼ਿਫਟ ਕਰਨਾ ਹੁੰਦਾ ਸੀ ਤੇ ਫ੍ਰੀਕੁਐਂਸੀ ਕੈਚ ਕਰਨ ਲੱਗ ਪੈਂਦਾ ਸੀਗਾ। ਇਹ ਰੇਡੀਓ ਹੈਗਾ ਜਿਹੜਾ AC DC ਦੋਨਾਂ 'ਤੇ ਚੱਲਦਾ ਹੈ ਤੇ ਸੈਲਸ 'ਤੇ ਵੀ ਚੱਲ ਜਾਂਦਾ ਆ। AC ਸਪਲਾਈ ਕਰੀ ਅਗਰ ਤੁਹਾਡੇ ਘਰ ਬਿਜਲੀ ਨਹੀਂ ਆ ਰਹੀ ਤਾਂ ਤੁਸੀਂ ਕਾਰ ਦੀ ਬੈਟਰੀ ਨਾਲ ਲਾ ਲਓ ਤਾਂ ਵੀ ਚੱਲੇਗਾ। ਅਗਰ ਤੁਹਾਡੇ ਕੋਲ ਕਾਰ ਵੀ ਨਹੀਂ ਹੈਗੀ, ਬੈਟਰੀ ਵੀ ਨਹੀਂ ਹੈਗੀ ਤੇ 2 ਸੈੱਲ ਆਉਂਦੇ ਸੀ ਪੁਰਾਣੇ ਜ਼ਮਾਨੇ ਦੇ ਮੋਟੇ ਸੈੱਲ ਜਿਨ੍ਹਾਂ ਨੂੰ ਆਪਾਂ ਕਹਿੰਦੇ ਸੀਗੇ, ਉਹ ਪੈਂਦੇ ਸੀ, ਤੁਸੀਂ ਉਹਦੇ ਨਾਲ ਚਲਾ ਲਓ। ਅੱਜ ਵੀ ਦੋਨੇ ਚੀਜ਼ਾਂ ਵਰਕਿੰਗ ਕੰਡੀਸ਼ਨ ਦੇ ਵਿੱਚ ਹੀ। ਆਖਰੀ ਸਵਾਲ ਲਊਂਗਾ ਭਾਜੀ, ਕੱਲ੍ਹ ਤੁਹਾਡੀ ਵਾਪਸੀ ਹੈ ਕੈਨੇਡਾ ਔਰ ਮੈਨੂੰ ਲੱਗਦਾ ਵੀ ਉੱਥੇ ਜਾ ਕੇ ਤੁਸੀਂ ਆਪਣਾ ਸ਼ੋਅ ਵੀ ਸ਼ਾਇਦ ਇਹ ਜਿਹੜੀ ਸਾਰਾ ਦੇਖ ਵੀ ਪਾਓਗੇ। ਤਾਂ ਆਖਰੀ ਸਵਾਲ ਲਊਂਗਾ, ਜਦੋਂ ਇਹ ਚੀਜ਼ਾਂ ਨੂੰ ਸਾਂਭ ਸੰਭਾਲਦੀ ਫਿਰ ਘਰਦਿਆਂ ਨੇ ਰੋਕਿਆ ਟੋਕਿਆ ਨੇ ਵੀ ਕਿਉਂ ਪੈਸੇ ਲਾਈ ਜਾਂਦੇ ਇਹਨਾਂ? ਪੈਸੇ ਦੀ ਤਾਂ ਗੱਲ ਕਰੋ, ਚੀਜ਼ਾਂ ਕੋਈ ਅੱਜ ਨਵੀਂ ਵੀ ਖਰੀਦਦੇ ਉੱਤੇ ਪੈਸਾ ਲਾਉਂਦੇ ਹੋ, ਘਟਦੀਆਂ ਨੇ। ਸੋ ਜੇ ਆਪਾਂ ਪੁਰਾਣੀ ਖਰੀਦ ਕੇ ਉੱਤੇ ਪੈਸਾ ਲਾਉਂਦੇ ਅਗਰ ਉਹ ਵੱਧਦੀਆਂ ਨੇ ਤਾਂ ਕੋਈ ਵੀ ਉਹਦੇ 'ਤੇ ਇਤਰਾਜ਼ ਨਹੀਂ ਕਰਦਾ। ਜੇ ਅੱਜ ਵੀ ਮੈਂ ਕਹਾਂ, ਜਦੋਂ ਮੈਂ ਪਹਿਲੀ ਗੱਡੀ ਲਈ ਸੀਗੀ ਕੁਛ ਉਹ 1 ਲੱਖ ਜਾਂ 80,000 ਦੇ ਵਿੱਚ ਲਈ ਸੀਗੀ। ਸੋ ਉਸ ਸਮੇਂ 'ਤੇ ਕਹਿੰਦੇ ਸੀ ਕਿ ਇਹ ਥੋੜ੍ਹਾ ਕੀ ਕਵਾੜ ਜਿਹਾ ਚੱਕ ਲਿਆਂਦਾ। ਜਦੋਂ ਆਪਾਂ ਨੂੰ ਰਿਸਟੋਰ ਕਰ ਲੈਂਦੇ ਹਾਂ, ਚਲਾਉਣ ਜੋਗੀ ਕਰ ਲੈਂਦੇ ਹਾਂ, ਅਤੇ ਜਦੋਂ ਵਿਕਣੀਆਂ ਸ਼ੁਰੂ ਹੋ ਜਾਂਦੀਆਂ ਨੇ ਫਿਰ ਉਹੀ ਚੀਜ਼ ਦੀ ਵੈਲਿਊ ਜਦੋਂ ਵੱਧ ਜਾਂਦੀ ਹੈ ਅਤੇ ਫਿਰ ਘਰ ਦੇ ਕਹਿੰਦੇ ਨਹੀਂ ਹੁਣ ਠੀਕ ਆ। ਸੋ ਇਸ ਕਰਕੇ ਫਿਰ ਘਰਦਿਆਂ ਨੇ ਜਦੋਂ ਹੌਲੀ ਹੌਲੀ ਉਹ ਚੀਜ਼ਾਂ ਦੀ ਵੈਲਿਊ ਵਧਣੀ ਸ਼ੁਰੂ ਹੋਈ ਅਤੇ ਪ੍ਰੇਰਿਤ ਕਰਨਾ ਸ਼ੁਰੂ ਕਰਤਾ ਕਿ ਨਹੀਂ ਜੀ ਇਹਨਾਂ ਨੂੰ ਖਰੀਦਣਾ ਸ਼ੁਰੂ ਹੋਣਾ ਚਾਹੀਦਾ ਹੈ। ਗੱਲਬਾਤ ਕਰਨ ਲਈ ਕਰਨਵੀਰ ਜੀ ਬਹੁਤ ਬਹੁਤ ਧੰਨਵਾਦ। ਔਰ ਉਮੀਦ ਕਰਦਾ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਚੀਜ਼ਾਂ ਕੈਨੇਡਾ ਤੋਂ ਇੱਥੇ ਪੰਜਾਬ ਆ ਕੇ ਵੀ ਇਹਨਾਂ ਚੀਜ਼ਾਂ ਦੇ ਨਾਲ ਜੁੜਦੇ ਹੋ, ਪੁਰਾਤਨ ਵਿਰਸੇ ਦੇ ਨਾਲ ਜੁੜਦੀਆਂ ਨੇ। ਤਾਂ ਗੱਲਬਾਤ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਇੱਥੇ ਆਉਣ ਦੇ ਲਈ। ਤਾਂ ਕਰਨਵੀਰ ਸਿੰਘ ਦੇ ਵੱਲੋਂ ਇਹ ਤੋਹਫੇ ਸਾਂਭ ਕੇ ਰੱਖੇ ਹੋਏ ਨੇ ਆਪਣੇ ਬਜ਼ੁਰਗਾਂ ਦੇ। ਕੋਈ ਰੇਡੀਓ ਫਾਦਰ ਦੇ ਨਾਨਾ ਜੀ ਦਾ ਹੈ, ਤਾਂ ਕੋਈ ਗੱਡੀ 1993 ਮਾਡਲ ਹੈ, ਕੋਈ 86 ਮਾਡਲ ਸਕੂਟਰ ਹੈ। ਔਰ ਅੱਜ ਵੀ ਇਸ ਨੌਜਵਾਨ ਦੇ ਵੱਲੋਂ ਇਹਨਾਂ ਨੂੰ ਰਿਸਟੋਰ ਕੀਤਾ ਗਿਆ ਹੈ। ਔਰ ਵੱਡੀ ਗੱਲ ਹੈ ਕਿ ਇਸ ਵਿੰਟੇਜ ਕਾਰ ਨੂੰ ਇੱਕ MLA ਦੇ ਪੁੱਤ ਵੱਲੋਂ ਜਾਂ MLA ਦੇ ਵੱਲੋਂ ਕਹਿ ਲਈਏ ਜ਼ੋਰ ਲਗਾ ਲਿਆ ਕਿ ਮੈਂ 4-5 ਲੱਖ ਦੇ ਵਿੱਚ ਇਸ ਨੂੰ ਖਰੀਦਣਾ ਚਾਹੁੰਦਾ ਹਾਂ। ਤਾਂ ਸਿੰਘ ਦੇ ਵੱਲੋਂ ਕਿਹਾ ਵੀ ਇਹ ਮੇਰੇ ਬਜ਼ੁਰਗਾਂ ਦੀ ਨਿਸ਼ਾਨੀ ਹੈ ਔਰ ਮੈਂ ਇਹਦੇ ਨਾਲ ਜਿਹੜੀ ਹੈ ਮੇਰਾ ਪਿਆਰ ਹੈ, ਵਿਰਸੇ ਦੀ ਯਾਦ ਦਿਵਾਉਂਦਾ ਹੈ, ਤਾਂ ਮੈਂ ਇਸ ਨੂੰ ਵੇਚਣਾ ਨਹੀਂ ਚਾਹੁੰਦਾ। ਅਤੇ ਅੱਜ ਵੀ ਕਹਿੰਦੇ ਇਹ ਵਰਕਿੰਗ ਦੇ ਵਿੱਚ ਨੇ। ਅੱਜ ਵੀ ਜੋ ਰਿਸ਼ਤੇਦਾਰਾਂ ਦੇ ਆਉਣਾ ਜਾਣਾ ਹੁੰਦਾ ਹੈ ਤਾਂ ਮਹਿੰਗੀਆਂ ਗੱਡੀਆਂ ਦੀ ਜਗ੍ਹਾ ਜਦੋਂ ਫੀਟ ਰੋਡ ਦੇ ਉੱਤੇ ਦੌੜਦੀ ਹੈ ਤਾਂ ਲੋਕ ਇਸ ਨੂੰ ਖੜ ਖੜ ਕੇ ਦੇਖਦੇ ਨੇ। ਫਿਲਹਾਲ ਕੈਮਰਾਮੈਨ ਵਰਿੰਦਰ ਮਹਿਰਾ ਦੇ ਨਾਲ ਸੁਖਵਿੰਦਰ ਸਿੰਘ, ਹਮਦਰਦ TV, ਦੀਪਨਗਰ।